ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ। ਧੰਨ 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 ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਦਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਵਿੱਚ ਆਓ ਸਾਰੀਆਂ ਸਿੱਖ ਸੰਗਤਾਂ, ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਜ ਸੋਢੀ ਸੁਲਤਾਨ ਬਹੁਤ ਵੱਡੇ ਗੁਣਾਂ ਦੇ ਧਾਰਨੀ, ਆਪ ਵਾਹਿਗੁਰੂ ਜੀ ਦਾ ਰੂਪ, ਪ੍ਰਤੱਖ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਨ ਸਹਿਨਸ਼ੀਲਤਾ ਵਾਲੇ ਧੀਰਜ ਧਾਰੀ ਸਤਿਗੁਰੂ, ਖਿਮਾ ਦੇ ਭੰਡਾਰੇ ਸੱਚੇ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਆਪ ਜੀ ਸਿੱਖ ਸੰਗਤ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਜੀਵਨ, ਮਹਾਰਾਜ ਜੀ ਦੇ ਜੀਵਨ ਵਿੱਚੋਂ ਹਰ ਇੱਕ ਘੜੀ ਸਾਡੇ ਵਾਸਤੇ ਸਿੱਖਿਆਦਾਇਕ ਹੈ। ਗੁਰੂ ਸਾਹਿਬ ਜੀ ਦੇ ਜੀਵਨ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਪ੍ਰਾਪਤ ਹੁੰਦਾ ਹੈ। ਔਰ ਗੁਰੂ ਸਾਹਿਬ ਜੀ ਦਾ ਜੀਵਨ ਸੁਣਦਿਆਂ ਸੁਣਦਿਆਂ ਬੜੀਆਂ ਬਖਸ਼ਿਸ਼ਾਂ ਵੀ ਮਨੁੱਖ ਨੂੰ ਪ੍ਰਾਪਤ ਹੁੰਦੀਆਂ ਹਨ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸੁਭਾਏਮਾਨ ਹਨ। ਲਾਹੌਰ ਤੋਂ ਸਿੱਖ ਪਹੁੰਚਿਆ, ਉਹਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਚਿੱਠੀ ਰੱਖੀ ਹੈ, ਮਹਾਰਾਜ ਜੀ ਦੇ ਹੱਥ ਵਿੱਚ ਚਿੱਠੀ ਪਕੜਾਈ ਹੈ। ਜਦੋਂ ਉਹ ਚਿੱਠੀ ਮਹਾਰਾਜ ਗੁਰੂ ਰਾਮਦਾਸ ਜੀ ਨੇ ਆਪ ਖੋਲ੍ਹੀ ਔਰ ਚਿੱਠੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਨਿਮਰਤਾ, ਉਹਨਾਂ ਦੇ ਪਿਆਰ ਦੇ ਬੋਲ ਜਦੋਂ ਬਾਣੀ ਦੇ ਰੂਪ ਵਿੱਚ ਪੜ੍ਹੇ ਹੈ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਯ ਤੁਧ ਭਗਵੰਤਾ। ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹੋਂ ਘੋਲੀ ਜੀਓ ਘੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ।
ਗੁਰੂ ਰਾਮਦਾਸ ਸਾਹਿਬ ਚਿੱਠੀ ਪੜ੍ਹ ਕੇ ਮਹਾਰਾਜ ਦੇ ਨੇਤਰਾਂ ਵਿੱਚ ਬੈਰਾਗ ਆ ਗਿਆ ਜੀ। ਗੁਰੂ ਰਾਮਦਾਸ ਜੀ ਦਾ ਕੰਠ ਭਰ ਗਿਆ, ਮਹਾਰਾਜ ਜੀ ਕੋਲੋਂ ਬਚਨ ਨਾ ਹੋ ਸਕਿਆ। ਚਿੱਠੀ ਪੜ੍ਹ ਕੇ ਕੁਝ ਸਮਾਂ ਮਹਾਰਾਜ ਸ਼ਾਂਤ ਰਹੇ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਵੇਖੋ ਸਾਡੇ ਪੁੱਤਰ ਜੀ ਦਾ ਸਾਡੇ ਨਾਲ ਕਿੰਨਾ ਪਿਆਰ ਹੈ। ਬਾਬਾ ਜੀ ਨੇ ਵੀ ਬੜੀ ਸਿਫਤ ਕੀਤੀ। ਮਹਾਰਾਜ ਆਪ ਜੀ ਦੇ ਜਿਹੜੇ ਛੋਟੇ ਪੁੱਤਰ ਹਨ ਨਾ ਸ੍ਰੀ ਅਰਜਨ ਜੀ, ਬਹੁਤ ਜ਼ਿਆਦਾ ਸਹਿਨਸ਼ੀਲ ਹਨ ਤੇ ਧੀਰਜਧਾਰੀ ਹਨ। ਮਹਾਰਾਜ ਹੋਰ ਵੀ ਬੇਅੰਤ ਗੁਣ ਹਨ ਉਹਨਾਂ ਵਿੱਚ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਜਾਓ ਤੇ ਜਾ ਕੇ ਸ੍ਰੀ ਅਰਜਨ ਜੀ ਨੂੰ ਲੈ ਕੇ ਆਓ। ਬਾਬਾ ਜੀ ਲਾਹੌਰ ਪਹੁੰਚੇ ਹੈ। ਕਿਵੇਂ ਜਦੋਂ ਬਾਬਾ ਜੀ ਲਾਹੌਰ ਪਹੁੰਚੇ, ਸ੍ਰੀ ਅਰਜਨ ਜੀ ਮਿਲੇ, ਪਿਆਰ ਦੇ ਨਾਲ ਜਦੋਂ ਮਿਲਾਪ ਹੋਇਆ, ਸ੍ਰੀ ਅਰਜਨ ਜੀ ਨੇ ਬੜਾ ਹੀ ਬੈਰਾਗ ਕੀਤਾ। ਆਖਿਆ, ਤੁਹਾਨੂੰ ਗੁਰੂ ਜੀ ਨੂੰ ਮੇਰਾ ਤੇ ਚੇਤਾ ਹੀ ਭੁੱਲ ਗਿਆ ਜੀ। ਜਦੋਂ ਬੜਾ ਹੀ ਬੈਰਾਗ ਕੀਤਾ, ਬਾਬਾ ਬੁੱਢਾ ਸਾਹਿਬ ਦੱਸਦੇ, ਸ੍ਰੀ ਅਰਜਨ ਜੀ ਤੁਹਾਨੂੰ ਲੈਣ ਵਾਸਤੇ ਮੈਨੂੰ ਗੁਰੂ ਰਾਮਦਾਸ ਜੀ ਨੇ ਭੇਜਿਆ ਹੈ। ਉਸ ਰਾਤ ਬਾਬਾ ਬੁੱਢਾ ਸਾਹਿਬ ਜੀ ਲਾਹੌਰ ਰਹੇ ਹੈ। ਪਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਨ ਵਿੱਚ ਇਹੋ ਹੀ ਗੱਲ ਹੈ, ਰਾਤ ਕਿਸੇ ਤਰੀਕੇ ਨਾਲ ਛੇਤੀ ਛੇਤੀ ਬਤੀਤ ਹੋ ਜਾਵੇ, ਅਸੀਂ ਛੇਤੀ ਛੇਤੀ ਸੁਧਾਸਰ ਪਹੁੰਚ ਗਏ। ਮੈਂ ਆਪਣੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਾਂ। ਪਿਆਰਿਓ, ਬਹੁਤ ਵੱਡੇ ਭਾਗ ਹੋਣ, ਫਿਰ ਜਾ ਕੇ ਬੰਦੇ ਦੇ ਮਨ ਵਿੱਚ ਆਉਂਦਾ ਵੀ ਮੈਂ ਗੁਰੂ ਜੀ ਦੇ ਚਰਨਾਂ 'ਚ ਛੇਤੀ ਪਹੁੰਚਾਂ ਜੀ। ਹਾਂਜੀ, ਨਹੀਂ ਤੇ ਬੰਦਾ ਛੇਤੀ ਨਹੀਂ ਪਹੁੰਚ ਸਕਦਾ ਜੀ। ਕਈ ਵਾਰੀ ਜ਼ਿੰਦਗੀ ਦਾ ਸਮਾਂ ਹੀ ਲੰਘ ਜਾਂਦਾ ਹੈ, ਬੰਦਾ ਤਾਂ ਵੀ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਦਾ। ਕਰਮਾਂ ਦੀ ਖੇਡ ਹੈਗੀ ਆ ਜੀ। ਤੁਸੀਂ ਭਾਗਾਂ ਵਾਲੇ ਹੋ, ਚੰਗੇ ਕਰਮਾਂ ਵਾਲੇ ਹੋ, ਜਿਹੜੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਬੈਠੇ ਹੋਏ ਹੋ। ਇੱਥੇ ਆ ਕੇ ਬੈਠਣਾ, ਗੁਰੂ ਜੀ ਦੀ ਬਾਣੀ ਦਾ ਕੀਰਤਨ ਸੁਣਨਾ, ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ, ਮਹਾਰਾਜ ਦੇ ਜੀਵਨ ਦੀ ਕਥਾ ਸੁਣਨੀ ਹਰ ਇੱਕ ਬੰਦੇ ਦੇ ਹਿੱਸੇ ਨਹੀਂ ਹੈਗਾ ਜੀ। ਜੇ ਕੋਈ ਬੰਦਾ ਆਖੇ ਮੈਂ ਆਪਣੀ ਮਰਜ਼ੀ ਦੇ ਨਾਲ ਇਹ ਸਾਰਾ ਕੁਝ ਪ੍ਰਾਪਤ ਕਰਾਂ, ਨਹੀਂ ਹੁੰਦਾ ਜੀ। ਬਹੁਤ ਤੀਬਰ ਇੱਛਾ, ਮਸਾਂ ਮਸਾਂ ਰਾਤ ਲੰਘਾਈ ਹੈ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਸਾਰਿਆਂ ਨੂੰ ਮਿਲ ਕੇ ਲਾਹੌਰ ਤੋਂ ਤੁਰੇ ਹੈ। ਬਾਬਾ ਬੁੱਢਾ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਇੱਕੋ ਹੀ ਗੱਡੇ ਵਿੱਚ ਬੈਠੇ ਹੈ ਤੇ ਬੌਲਦ ਅੱਗੇ ਲੱਗੇ ਸਨ ਤੇ ਗੁਰੂ ਅਰਜਨ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਬੈਠੇ ਹੈ ਤੇ ਮਹਾਰਾਜ ਨਾ ਬੌਲਦ ਚਲਾਉਣ ਵਾਲਿਆਂ ਨੂੰ ਆਖਣ, ਭਾਈ ਪਿਆਰਿਆ ਛੇਤੀ ਕਰ, ਛੇਤੀ ਮੈਨੂੰ ਲੈ ਜਾ, ਜਿੰਨੀ ਮਾਇਆ ਚਾਹੀਦੀ ਮੇਰੇ ਕੋਲੋਂ ਲੈ ਲਾ, ਪਰ ਮੈਨੂੰ ਛੇਤੀ ਗੁਰੂ ਜੀ ਦੇ ਚਰਨਾਂ ਵਿੱਚ ਲੈ ਜਾ। ਗੱਜ ਕੇ ਆਖੋ ਵਾਹਿਗੁਰੂ। ਤਾਂ ਤੁਸਾਂ ਸੁਣਿਆ। ਫਿਰ ਸਾਧ ਸੰਗਤ ਜੀ 3 ਪਹਿਰਾਂ ਵਿੱਚ ਪਹੁੰਚੇ ਜੀ। ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚੇ ਹੈ। ਦੂਰੋਂ ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ, ਪਿਆਰ ਵਿੱਚ ਇੰਨੇ ਜ਼ਿਆਦਾ ਸਾਧ ਸੰਗਤ ਜੀ ਬੇਬਲ ਹੋਏ ਸਨ, ਉੱਥੇ ਹੀ ਖਲੋ ਗਏ ਤੇ ਨੇਤਰਾਂ 'ਚੋਂ ਜਲ ਵਹਿਣ ਲੱਗ ਪਿਆ ਜੀ। ਪਹਿਲਾਂ ਰਸਤੇ 'ਚ ਕਾਹਲੀ ਸੀ, ਹੁਣ ਜਦੋਂ ਦੂਰੋਂ ਦਰਸ਼ਨ ਕੀਤੇ ਤੇ ਉੱਥੇ ਮੂਰਤਵਤ ਖਲੋ ਗਏ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ, ਅੰਦਰੋਂ ਬਲ ਬਖਸ਼ਿਆ। ਸ੍ਰੀ ਅਰਜਨ ਜੀ ਚੱਲ ਕੇ ਆਏ, ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਰੱਖਿਆ ਸਿਰ ਤੇ ਬੈਰਾਗ ਕਰ ਕਰਕੇ ਮਹਾਰਾਜ ਦੇ ਚਰਨ ਧੋ ਦਿੱਤੇ ਜੀ। ਇਹ ਕੋਈ ਤੁਸੀਂ ਮਤ ਸੋਚੋ ਵੀ ਬਣਾਈਆਂ ਹੋਈਆਂ ਗੱਲਾਂ ਨੇ। ਸੰਗਤ ਜੀ, ਜਦੋਂ ਮਨੁੱਖ ਦੇ ਹਿਰਦੇ ਵਿੱਚ ਪਿਆਰ ਹੁੰਦਾ ਫਿਰ ਐਸੀ ਖੇਡ ਬਣ ਜਾਂਦੀ ਹੈ ਜੀ, ਖੇਡ ਬਣ ਜਾਂਦੀ ਹੈ। ਬੈਰਾਗ ਬਹੁਤ ਜ਼ਿਆਦਾ ਕੀਤਾ। ਗੁਰੂ ਰਾਮਦਾਸ ਜੀ ਨੇ ਸੀਨੇ ਨਾਲ ਲਾਇਆ ਤੇ ਸੀਨੇ ਨਾਲ ਲਾ ਕੇ ਮਹਾਰਾਜ ਨੇ ਉਸੇ ਵੇਲੇ ਹੀ ਬਚਨ ਕਹਿ ਦਿੱਤਾ, ਤੁਸੀਂ ਗੁਰਤਾ ਦਾ ਭਾਰ ਸੰਭਾਲਣ ਦੇ ਯੋਗ ਹੋ। ਉਸੇ ਵੇਲੇ ਹੀ ਮਹਾਰਾਜ ਨੇ ਬਚਨ ਕਰਤਾ। ਸਾਰੀਆਂ ਸੰਗਤਾਂ ਨੇ ਬਚਨ ਸੁਣਦਿਆਂ ਸਭਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਇਹ ਬਣਨਗੇ। ਮਹਾਰਾਜ ਪੁੱਛਦੇ ਆ, ਸ੍ਰੀ ਅਰਜਨ ਜੀ ਇੰਨਾ ਲੰਮਾ ਸਮਾਂ ਤੁਸੀਂ ਰਹੇ ਹੋ ਲਾਹੌਰ ਤੇ ਚਿੱਠੀ ਸਾਨੂੰ ਇੱਕੋ ਹੀ ਲਿਖੀ ਹੈ, ਤੇ ਚਿੱਠੀ ਲਿਖੀ 1 ਤੇ ਪਿੱਛੇ ਨੰਬਰ 3 ਅੰਕ 3 ਲਿਖ ਦਿੱਤਾ ਜੀ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਹੁਣ ਕਾਰਨ ਦੱਸ ਰਹੇ ਆ। ਇੱਥੋਂ ਕਥਾ ਆਰੰਭ ਹੋ ਰਹੀ ਹੈ। ਬੜੇ ਹੀ ਪਿਆਰ ਨਾਲ ਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰੋ।
ਸਭ ਸਿੱਖ ਸੰਗਤ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਫਿਰ ਪ੍ਰੇਮ ਨਾਲ ਗੱਜ ਕੇ ਕਹੋ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ਼੍ਰੀ ਅਰਜਨ ਕਰ ਜੋਰ ਉਚਾਰੀ। ਜਦੋਂ ਮਹਾਰਾਜ ਨੇ ਪੁੱਛਿਆ ਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਹੱਥ ਜੋੜ ਲਏ ਜੀ। ਬੜੀ ਬੜੀ ਬੇਨਤੀ ਕੀਤੀ। ਗੱਲ ਕਰਨ ਦਾ ਵੀ ਤਰੀਕਾ ਹੁੰਦਾ ਹੈ। ਮਹਾਰਾਜ ਨੇ ਹੱਥ ਜੋੜ ਲਏ ਜੀ। ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਨੂੰ। ਕਹਿਨੋ ਬਨਹਿ ਨਾ ਆਪ ਅਗਾਰੀ। ਮਹਾਰਾਜ ਆਪ ਜੀ ਨੇ ਮੈਨੂੰ ਪੁੱਛਿਆ ਕਿ ਤੁਸੀਂ ਚਿੱਠੀ ਇੱਕ ਹੀ ਲਿਖੀ ਹੈ, ਜੇ ਇੱਕ ਲਿਖੀ ਤੇ ਪਿੱਛੇ ਅੰਕ 3 ਕਿਉਂ ਪਾਇਆ? ਭਾਵੇਂ ਗੁਰੂ ਰਾਮਦਾਸ ਜੀ ਨੂੰ ਪਤਾ ਸਾਰੀ ਗੱਲ ਦਾ, ਫਿਰ ਵੀ ਮਹਾਰਾਜ ਪੁੱਛ ਰਹੇ ਹੈ। ਸੰਗਤ ਨੂੰ ਕਿਵੇਂ ਪਤਾ ਲੱਗੇਗਾ? ਤਾਂ ਸ੍ਰੀ ਅਰਜਨ ਦੇਵ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਦੇ ਅੱਗੇ ਕੁਛ ਕਹਿਣਾ ਨਹੀਂ ਬਣਦਾ। ਮਹਾਰਾਜ ਮੈਂ ਆਪ ਜੀ ਨੂੰ ਕੀ ਆਖਾਂ? ਹਾਂਜੀ। ਸਭ ਘਟ ਘਟ ਕੇ ਅੰਤਰਜਾਮੀ। ਕਿਉਂ ਪਿਤਾ ਸਤਿਗੁਰੂ ਜੀ ਤੁਸੀਂ ਮਹਾਰਾਜ ਸਭ ਕੁਝ ਜਾਣਨ ਵਾਲੇ ਹੋ, ਸਭਨਾਂ ਦੇ ਦਿਲਾਂ ਦੀਆਂ ਵੀ ਜਾਣਨ ਵਾਲੇ ਹੋ। ਹਾਂਜੀ। ਦੁਰਿਓ ਨਾ ਕੁਛ ਤੁਮ ਤੇ ਜਗ ਸੁਆਮੀ। ਮਹਾਰਾਜ ਸੱਚੇ ਪਾਤਸ਼ਾਹ ਆਪ ਜਗਤ ਦੇ ਮਾਲਕ ਹੋ, ਸੁਆਮੀ ਹੋ, ਆਪ ਜੀ ਤੋਂ ਵੀ ਕੁਝ ਲੁਕਿਆ ਹੈ। ਹਾਂਜੀ। ਤਉ ਆਪ ਕੀ ਆਇਸ ਪਾਏ। ਪਰ ਆਪ ਜੀ ਦੀ ਆਗਿਆ ਹੈ, ਆਪ ਜੀ ਦਾ ਹੁਕਮ ਹੈ। ਕਹਿਬੋ ਬਨੈ ਹੋਏ ਜਿਸ ਭਾਏ। ਇਸ ਕਰਕੇ ਦੱਸਣਾ ਮੇਰਾ ਫਰਜ਼ ਹੈ, ਦੱਸਣਾ ਮੇਰਾ ਫਰਜ਼ ਹੈ। ਵੇਖ ਲਓ ਸਿਆਣੇ ਬੰਦੇ ਗੱਲ ਵੀ ਕਰ ਜਾਂਦੇ ਤੇ ਮਰਿਆਦਾ ਵੀ ਰੱਖਦੇ ਆ ਜੀ। ਮਰਿਆਦਾ ਵੀ ਰੱਖੀ, ਬੇਨਤੀ ਵੀ ਕੀਤੀ ਮਹਾਰਾਜ ਤੁਹਾਨੂੰ ਸਭ ਕੁਝ ਪਤਾ ਹੈ, ਤੇ ਗੁਰੂ ਜੀ ਦਾ ਹੁਕਮ ਵੀ ਮੰਨਿਆ, ਦੱਸਿਆ ਵੀ ਸਾਰਾ ਕੁਝ ਜੀ। ਹਾਂਜੀ। ਦੇ ਪਤਰਿਕਾ ਪਠੀ ਅਗਾਰੀ। ਹਾਂਜੀ। ਭਏ ਸ਼ਬਦ ਪਦ ਗਿਰਾ ਉਚਾਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਮੈਂ ਬੇਨਤੀ ਕਰਨ ਲੱਗਾ, ਇਹ ਪਹਿਲੀ ਚਿੱਠੀ ਨਹੀਂ ਹੈ, 2 ਚਿੱਠੀਆਂ ਹੋਰ ਭੇਜੀਆਂ ਸਨ ਮਹਾਰਾਜ, 2 ਚਿੱਠੀਆਂ ਹੋਰ ਭੇਜੀਆਂ ਸਨ ਆਪ ਜੀ ਦੇ ਚਰਨਾਂ ਵਿੱਚ। ਹਾਂਜੀ। ਤ੍ਰਿਤੀ ਪਠੀ ਇਹੋ ਰਾਵਰ ਪਾਸ। ਇਹ ਤੇ ਮਹਾਰਾਜ ਤੀਜੀ ਚਿੱਠੀ ਹੈ। ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਬਿਲਕੁਲ ਨਹੀਂ ਸੀ ਪਤਾ ਇਸ ਗੱਲ ਦਾ। ਹਾਂਜੀ। ਬਨਿਓ ਸ਼ਬਦ ਪਦ ਵਿੱਚ ਅਰਦਾਸ। ਤੇ ਮਹਾਰਾਜ ਤੀਸਰੀ ਚਿੱਠੀ ਵਿੱਚ ਮਹਾਰਾਜ ਮੈਂ ਅਰਦਾਸ ਬੇਨਤੀ ਲਿਖ ਕੇ ਭੇਜੀ ਹੈ। ਪਹਿਲੇ 2 ਚਿੱਠੀਆਂ ਵਿੱਚ ਵੀ ਅਰਦਾਸਾਂ ਭੇਜੀਆਂ ਸਨ। ਹਾਂਜੀ। ਅੰਕ 3 ਕੋ ਜਾਂ ਤੇ ਲਿਖਿਓ। ਤੀਜੀ ਚਿੱਠੀ ਹੋਣ ਕਰਕੇ ਮਹਾਰਾਜ ਦੇ ਪਿੱਛੇ 3 ਅੰਕ ਲਿਖਿਆ ਸੀਗਾ ਜੀ। ਹਾਂਜੀ। ਜੋ ਬੁਝਿਓ ਰਾਵਰ ਨੇ ਪਿਖਿਓ। ਜੋ ਵੇਖ ਕੇ, ਜਿਹੜਾ ਤੀਸਰਾ ਅੰਕ ਵੇਖ ਕੇ ਆਪ ਜੀ ਨੇ ਮੈਨੂੰ ਪੁੱਛਿਆ। ਹਾਂਜੀ। ਸੁਨ ਗੁਰ ਕਹਿਓ ਨਾ ਮੋਹਿ ਢਿਗ ਆਈ। ਗੱਜ ਕੇ ਆਖੋ ਵਾਹਿਗੁਰੂ। ਅੱਛਾ ਵੇਖ ਲਓ ਪਤਾ ਵੀ ਹੈ ਸਾਰੀ ਗੱਲ ਦਾ। ਬਸ ਇਹੋ ਹੀ ਸਤਿਗੁਰਾਂ ਦੀ ਖੇਡ ਹੈ। ਸਭ ਕੁਝ ਪਤਾ ਹੁੰਦਿਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਹਨ ਜੀ। ਇੱਥੇ ਪਤਾ ਵੀ ਕੁਝ ਨਹੀਂ ਹੁੰਦਾ, ਬੰਦਾ ਐਵੇਂ ਹੀ ਮਨ ਘੜਤੀ ਗੱਲਾਂ ਬਣਾਈ ਜਾਂਦਾ ਜੀ। ਪਤਾ ਵੀ ਨਹੀਂ ਕੁਝ ਹੁੰਦਾ ਜੀ। ਇੰਝ ਹੋ ਗਿਆ ਜੀ, ਇੰਝ ਕਰਤਾ ਜੀ, ਮਨ ਘੜਤ ਗੱਲਾਂ ਬਣਾ ਲਈਆਂ ਜੀ। ਮਹਾਰਾਜ ਨੂੰ ਪਤਾ ਵੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡੇ ਕੋਲ ਤੇ ਕੋਈ ਚਿੱਠੀ ਨਹੀਂ ਆਈ। ਗੱਲ ਵੀ ਸੱਚੀ ਹੈ। ਹਾਂਜੀ। ਲਿਖ ਤੁਮਨੇ ਕਿਸ ਹਾਥ ਪਠਾਈ। ਮਹਾਰਾਜ ਕਹਿਣ ਲੱਗੇ ਅਰਜਨ ਜੀ ਕਿਹਦੇ ਹੱਥ ਚਿੱਠੀ ਭੇਜੀ ਹੈ ਤੁਸੀਂ? ਹਾਂਜੀ। ਲੈ ਕਹਿਨੇ ਕਹਿ ਧਰੀ ਛਪਾਈ। ਉਹ ਲੱਗਦਾ ਕਿਸੇ ਨੇ ਲੈ ਕੇ ਤੇ ਛੁਪਾ ਦਿੱਤੀ ਹੈ। ਪਤਾ ਤੇ ਸਾਰੀ ਗੱਲ ਦਾ ਮਹਾਰਾਜ ਨੂੰ। ਹਾਂਜੀ।
ਕੈ ਮਾਰਗ ਗਿਰ ਪਈ ਨਾ ਪਾਈ। ਜਾਂ ਰਸਤੇ 'ਚ ਹੀ ਦੇਣ ਵਾਲੇ ਕੋਲੋਂ ਡਿੱਗ ਗਈ ਹੈ, ਸਾਡੇ ਕੋਲ ਤੇ ਚਿੱਠੀ ਨਹੀਂ ਪਹੁੰਚੀ ਭਾਈ। ਹਾਂਜੀ, ਜੋ ਸਿੱਖ ਲਿਆਇਓ ਬੈਠਿਓ ਪਾਸ। ਉਹ ਸੰਗਤ ਵਿੱਚ ਨਾ ਉਹ ਵੀ ਸਿੱਖ ਬੈਠਾ ਸੀ ਜਿਹੜਾ 2 ਚਿੱਠੀਆਂ ਲੈ ਕੇ ਆਇਆ ਸੀਗਾ ਜੀ। ਹਾਂਜੀ, ਉਹ ਸਿੱਖ ਪਹਿਲਾਂ ਹੀ ਅੰਮ੍ਰਿਤਸਰ ਪਹੁੰਚ ਗਿਆ ਜੀ, ਤੇ ਉਹ ਵੀ ਸਿੱਖ ਬੈਠਾ ਸੀਗਾ ਜੀ। ਹਾਂਜੀ, ਕਹਿਓ ਸੋ ਮੈਂ ਆਨੀ ਅਰਦਾਸ। ਉਹ ਸਿੱਖ ਖੜਾ ਹੋ ਗਿਆ ਜੀ, ਉਹਨੇ ਹੱਥ ਜੋੜੇ, ਕਹਿਣ ਲੱਗਾ ਮਹਾਰਾਜ ਤੀਜੀ ਚਿੱਠੀ ਵੀ ਮੈਂ ਲੈ ਕੇ ਆਇਆ ਤੇ ਪਹਿਲੀਆਂ 2 ਵੀ ਮੈਂ ਹੀ ਲੈ ਕੇ ਆਇਆ ਸਾਂ। ਹਾਂਜੀ, ਪੁੱਤਰ ਆਪ ਕੋ ਜੇਸ਼ਟ ਲੇਕਰ। ਪਰ ਮਹਾਰਾਜ ਆਪ ਜੀ ਦਾ ਵੱਡਾ ਪੁੱਤਰ ਮੇਰੇ ਕੋਲੋਂ ਚਿੱਠੀਆਂ ਲੈਂਦਾ ਸੀ। ਹਾਂਜੀ, ਮੁਝ ਤਜ ਵਹਿਰ ਪ੍ਰਵੇਸ਼ਿਤ ਭਾ ਘਰ। ਮੈਨੂੰ ਬਾਹਰ ਹੀ ਛੱਡ ਦਿੰਦੇ ਸਨ ਤੇ ਚਿੱਠੀ ਲੈ ਕੇ ਆਪ ਅੰਦਰ ਚਲੇ ਜਾਂਦੇ ਸਨ। ਆਪ ਜੀ ਦੇ ਵੱਡੇ ਪੁੱਤਰ ਬਾਬਾ ਪ੍ਰਿਥੀਆ ਜੀ। ਹਾਂਜੀ, ਬਾਹਰ ਆਏ ਕਰ ਤਹਿ ਕਹਿ ਦੀਨ। ਤੇ ਮਹਾਰਾਜ ਉਹ ਤੇ ਸਗੋਂ ਮੈਨੂੰ ਆ ਕੇ ਇਹ ਗੱਲ ਕਹਿੰਦੇ ਸਨ ਸ਼੍ਰੀ ਸਤਿਗੁਰ ਨੇ ਬਾਚਨ ਕੀਨ। ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਵਾਬ ਦਿੱਤਾ ਚਿੱਠੀ ਦਾ। ਸੁਖ ਆਨੰਦ ਕੀ ਸੁਧ ਕਹਿ ਦੀਜੈ। ਮਹਾਰਾਜ ਬਾਬਾ ਜੀ ਬਾਹਰ ਆ ਕੇ ਮੈਨੂੰ ਕਹਿੰਦੇ ਸਨ ਗੁਰੂ ਜੀ ਨੇ ਚਿੱਠੀ ਪੜ੍ਹ ਲਈ ਹੈ ਤੇ ਗੁਰੂ ਜੀ ਕਹਿੰਦੇ ਅਰਜਨ ਜੀ ਨੂੰ ਸਾਡੇ ਵੱਲੋਂ ਸੁੱਖ ਸਾਂਦ ਦੱਸ ਦਿਓ ਸਾਰੀ। ਹਾਂਜੀ, ਅਬ ਤੁਮ ਲਵਪੁਰ ਪਿਆਨੋ ਕੀਜੈ। ਤੇ ਮਹਾਰਾਜ ਮੈਨੂੰ ਇਹ ਹੁਕਮ ਹੁੰਦਾ ਸੀ ਵੀ ਤੂੰ ਹੁਣ ਲਾਹੌਰ ਜਾ। ਹਾਂਜੀ, ਤੁਮਰੋ ਦਰਸ਼ਨ ਹੋਏ ਨਾ ਦਇਓ। ਤੇ ਤੁਹਾਡਾ ਦਰਸ਼ਨ ਤੇ ਹੋਣ ਹੀ ਨਹੀਂ ਸੀ ਦਿੰਦੇ, ਮੈਨੂੰ ਦਰਸ਼ਨ ਨਹੀਂ ਸੀ ਕਰਨ ਦਿੰਦੇ ਤੁਹਾਡੇ। ਬਿਨਾ ਮਿਲੇ ਮੁਝ ਰੁਖਸਦ ਕਇਓ। ਤੇ ਤੁਹਾਨੂੰ ਮਿਲਣ ਤੋਂ ਬਗੈਰ ਮੈਨੂੰ ਭੇਜ ਦਿੰਦੇ ਸਨ। ਹੁਣ ਸੱਚ ਸਾਹਮਣੇ ਆ ਰਿਹਾ ਨਾ ਜੀ, ਗੱਜ ਕੇ ਆਖੋ ਵਾਹਿਗੁਰੂ। ਇਹ ਸਾਹਮਣੇ ਆਉਂਦਾ ਹੀ ਆਉਂਦਾ ਹੈ ਜੀ। ਇਹ ਗੱਲ ਵੱਖਰੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਿਸੇ ਗਰੀਬ ਦੇ ਪਰਦੇ ਕੱਜ ਲੈਣ ਜੀ। ਅਰਦਾਸ ਕਰਿਆ ਕਰੋ ਜਦੋਂ ਇਹੋ ਜੀ ਕਥਾ ਸੁਣਦੇ ਹੋ। ਸੰਗਤ ਜੀ ਭੁੱਲਾਂ ਅਸੀਂ ਵੀ ਬੜੀਆਂ ਕਰਦੇ ਹਾਂ, ਬੜੀਆਂ ਸਾਡੇ ਕੋਲੋਂ ਭੁੱਲਾਂ ਹੁੰਦੀਆਂ ਨੇ, ਤੇ ਮਹਾਰਾਜ ਸਾਡੇ ਗਰੀਬਾਂ ਦੇ ਪਰਦੇ ਕੱਜ ਕੇ ਰੱਖਣ। ਹਾਂਜੀ, ਅਪਰ ਨਾ ਸੁਧ ਮੋਕਹੁ ਕਿਮ ਭਈ। ਬਾਕੀ ਨਹੀਂ ਮਹਾਰਾਜ ਮੈਨੂੰ ਕੁਝ ਪਤਾ। ਮੈਂ ਬਾਬੇ ਪ੍ਰਿਥੀਏ ਨੂੰ ਚਿੱਠੀ ਦਿੰਦਾ ਸਾਂ, ਉਹ ਮੈਨੂੰ ਇਹ ਜਵਾਬ ਦਿੰਦੇ ਸਨ ਦਈ ਆਪ ਕੈ ਢਿਗ ਕੇ ਨਹਿ ਦਈ। ਹੁਣ ਮਹਾਰਾਜ ਇਹ ਨਹੀਂ ਮੈਨੂੰ ਪਤਾ ਵੀ ਚਿੱਠੀ ਤੁਹਾਨੂੰ ਉਹਨਾਂ ਦਿੱਤੀ ਜਾਂ ਨਹੀਂ ਦਿੱਤੀ ਜੀ। ਮਹਾਰਾਜ ਗੈਰ ਗੰਭੀਰ ਗੁਰੂ ਰਾਮਦਾਸ ਜੀ ਸਾਰੀ ਗੱਲ ਸੁਣ ਰਹੇ ਹੈ। ਹਾਂਜੀ, ਪ੍ਰਿਥੀਏ ਕੀ ਇਮ ਸੁਨੀ ਖੁਟਾਈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਾਬਾ ਪ੍ਰਿਥੀਆ ਜੀ ਦੀ ਖੁਟਾਈ ਖੋਟਾਪਨ ਸੁਣਿਆ ਜੀ। ਪਤਾ ਤੇ ਸਾਰੀ ਗੱਲ ਦਾ ਪਹਿਲਾਂ ਵੀ ਹੈ, ਪਰ ਹੁਣ ਸੁਣ ਲਿਆ ਜੀ। ਹਾਂਜੀ, ਕੂਰੋ ਕਰਿਓ ਚਹਤ ਗੋਸਾਈ। ਹੁਣ ਮਹਾਰਾਜ ਸਾਰਿਆਂ ਦੇ ਸਾਹਮਣੇ ਲੈ ਕੇ ਗੱਲ ਆਉਣਾ ਚਾਹੁੰਦੇ ਜੀ। ਹਾਂਜੀ, ਸਭਾ ਬਿਖੈ ਬੋਲੇ ਸੋ ਕਹਾਂ। ਮਹਾਰਾਜ ਸਭਾ ਵਿੱਚ ਬੈਠੇ ਕਹਿਣ ਲੱਗੇ ਪ੍ਰਿਥੀਆ ਹੈ ਕਿੱਥੇ ਇਸ ਸਮੇਂ। ਹਾਂਜੀ, ਜਾਏ ਹਕਾਰੋ ਭੋ ਸਿੱਖ ਤਹਾਂ। ਕੋਈ ਸਿੱਖ ਜਾਵੇ ਤੇ ਪ੍ਰਿਥੀਏ ਨੂੰ ਸਾਡੇ ਕੋਲ ਲੈ ਕੇ ਆਵੇ। ਬਸ ਚੇਤਾ ਰੱਖਿਓ, ਚਲਾਕੀ ਦੇ ਨਾਲ ਅੱਗੇ ਹੋਣ ਵਾਲਾ ਬੰਦਾ ਬਹੁਤ ਪਿੱਛੇ ਜਾ ਡਿੱਗਦਾ ਜੀ। ਗੁਰੂ ਦੀ ਮਿਹਰ ਨਾਲ ਅੱਗੇ ਹੋਣ ਵਾਲਾ ਬੰਦਾ ਕਦੀ ਪਿੱਛੇ ਨਹੀਂ ਡਿੱਗਦਾ ਜੀ। ਹਾਂਜੀ, ਕਿਨਹੂ ਕਹਿਓ ਕਾਮ ਤੇ ਅੰਗ ਕਰਤ ਇਸ਼ਨਾਨ ਕੂਪ ਜਲ ਸੰਗ। ਗਰਮੀਆਂ ਦੇ ਦਿਨ ਸਨ। ਇੱਕ ਸਿੱਖ ਕਹਿਣ ਲੱਗਾ ਮਹਾਰਾਜ ਬਾਬਾ ਪ੍ਰਿਥੀਆ ਜੀ ਤੇ ਖੂਹ ਤੇ ਇਸ਼ਨਾਨ ਕਰਨ ਦੇ। ਹਾਂਜੀ, ਜਾਓ ਤਹਾਂ ਤੇ ਲਿਆਓ ਹਕਾਰੇ। ਸ਼੍ਰੀ ਗੁਰ ਕਹਿਓ ਬਿਲੰਬ ਨਾ ਧਾਰੇ। ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਭਾਈ ਫਿਰ ਜਾਓ ਛੇਤੀ ਲੈ ਕੇ ਆਓ, ਉੱਥੋਂ ਲੈ ਕੇ ਆਓ। ਹਾਂਜੀ, ਆਏ ਸਪਾਏ ਸਿੱਖ ਤਬ ਗਇਓ। ਆਗਿਆ ਪਾ ਕੇ ਉਸੇ ਵੇਲੇ ਸਿੱਖ ਖੂਹ ਵਾਲੇ ਪਾਸੇ ਗਿਆ ਜੀ। ਹਾਂਜੀ, ਮਜਨ ਕਰਤ ਨਿਹਾਰਤ ਭਇਓ। ਉਹ ਹੁਣ ਜਾ ਕੇ ਵੇਖਦਾ ਬਾਬਾ ਪ੍ਰਿਥੀਆ ਜੀ ਇਸ਼ਨਾਨ ਕਰਨ ਦੇ ਹੈ। ਹਾਂਜੀ, ਸੇਵਕ ਕਿਤਕ ਸੰਗ ਹਰ ਖਾਏ। ਤੇ ਟੌਰ ਸ਼ੌਰ ਚ ਰਹਿੰਦੇ ਸਨ ਜੀ, ਬੰਦੇ ਬੜੇ ਨਾਲ ਰੱਖਦੇ ਸਨ ਆਪਣੇ। ਹਾਂਜੀ, ਕੁਝ ਸੇਵਕ ਲਾਗੇ ਖਲੋਤੇ ਗੱਲਾਂ ਕਰਨ ਦੇ ਸਨ ਉਹਨਾਂ ਦੇ।
ਹਾਂਜੀ। ਸੇਵਾ ਕਰਤ ਨੀਰ ਬਹੁ ਪਾਏ। ਕੁਝ ਜਿਹੜੇ ਉਹਨਾਂ ਉੱਤੇ ਪਾਣੀ ਪਾ ਰਹੇ ਸਨ ਜੀ, ਸੇਵਾ ਕਰ ਰਹੇ ਸਨ ਬਾਬਾ ਜੀ ਦੀ ਜੀ। ਖੂਹ ਚੋਂ ਪਾਣੀ ਕੱਢ ਠੰਡਾ ਠੰਡਾ ਪਾਣੀ ਪਾ ਰਹੇ ਸਨ। ਹਾਂਜੀ। ਕੋ ਸਰੀਰ ਕੋ ਮਰਦਨ ਕਰੈ। ਤੇ ਕਈ ਸਰੀਰ ਨੂੰ ਮਲ ਰਹੇ ਸਨ ਜੀ। ਸੇਵਾ ਕਰਾਉਣ ਦਾ ਸ਼ੌਂਕ ਸੀਗਾ ਜੀ ਉਹਨਾਂ ਨੂੰ। ਹੁਣ ਗੁਰੂ ਰਾਮਦਾਸ ਜੀ ਨੇ ਤੇ ਕਦੀ ਏਦਾਂ ਨਹੀਂ ਕੀਤਾ ਜੀ। ਹਾਂਜੀ। ਕੋ ਢਿਗ ਖਰੋ ਬਸਤਰ ਕਰ ਧਰੈ। ਤੇ ਕਈ ਕੋਲ ਖਲੋਤੇ ਕੱਪੜੇ ਫੜ ਕੇ ਬੈਠੇ ਸਨ ਜੀ। ਵਾਹਿਗੁਰੂ ਕੋਲ ਖਲੋ ਕੇ ਕੱਪੜੇ ਫੜੇ ਸਨ ਉਹਨਾਂ ਨੇ ਜੀ। ਹਾਂਜੀ। ਪਨਹੀ ਪੌਂਸ਼ ਧਰਤ ਕੋ ਆਗੇ। ਵਾਹ ਵਾਹ, ਠਾਠ ਬਾਠ ਬੜਾ ਸੀ ਬਾਬਾ ਜੀ ਦਾ ਜੀ। ਇੱਕ ਬੰਦਾ ਸਾਧ ਸੰਗਤ ਜੀ ਜੋੜਾ ਝਾੜ ਕੇ ਤੇ ਖਲੋਤਾ ਸੀ ਵੀ ਬਾਬਾ ਜੀ ਨੇ ਜੋੜਾ ਪਾਉਣਾ ਜੀ। ਹਾਂਜੀ। ਕੋ ਬੋਲਤ ਬਾਕਨ ਅਨੁਰਾਗੇ। ਤੇ ਕਈ ਲਾਗੇ ਖਲੋਤੇ ਨਾ ਜੀ, ਬੜੇ ਪ੍ਰੇਮ ਦੀਆਂ ਗੱਲਾਂ ਕਰਨ ਦੇ। ਵਾਹ ਵਾਹ ਬਾਬਾ ਪ੍ਰਿਥੀਆ ਜੀ, ਤੁਹਾਡੀਆਂ ਤੇ ਗੱਲਾਂ ਹੀ ਪਰਾਂ ਦੀਆਂ ਨੇ, ਤੁਹਾਡੇ ਪ੍ਰਬੰਧ ਬੜੇ ਵਧੀਆ ਨੇ। ਬਸ ਉਹ ਕੁਲਹਾਂ ਦੇਂਦੇ ਬਾਦਲੇ। ਹਾਂਜੀ। ਸਨਮਾਨਤ ਚਹੁ ਦਿਸ਼ ਨਰ ਖਰੇ। ਬੜਾ ਸਨਮਾਨ ਕਰਨ ਦੇ ਤੇ ਬੰਦੇ ਚਾਰੋਂ ਪਾਸੇ ਖਲੋਤੇ ਜੀ। ਕੋਈ ਪਾਣੀ ਪਾ ਰਿਹਾ, ਕੋਈ ਮਲ ਰਿਹਾ, ਕੋਈ ਬਚਨ ਕਰ ਰਿਹਾ, ਕੋਈ ਜੋੜਾ ਫੜ ਕੇ ਬੈਠਾ ਜੀ। ਜਲ ਸੋ ਕੇਲ ਅਧਿਕ ਬਿਦ ਕਰੇ। ਇਹ ਬਾਬਾ ਜੀ ਹੋਣੀ ਵੀ ਆਨੰਦ ਦੇ ਨਾਲ ਇਸ਼ਨਾਨ ਕਰਨ ਦੇ ਜੀ। ਹਾਂਜੀ। ਗਰਮੀ ਲਾਗਤ ਅਧਿਕ ਚਮਾਸੇ। ਉਹ ਗਰਮੀ ਹੀ ਤਾਂ ਨਹੀਂ ਤੇ ਗਰਮੀ ਲੱਗ ਰਹੀ ਸੀ। ਗੱਜ ਕੇ ਆਖੋ, ਚੇਤਾ ਰੱਖੋ, ਨਾਮ ਸਿਮਰਨ ਭਜਨ ਦੇ ਨਾਲ ਜੁੜੇ ਹੋਏ ਬੰਦੇ ਨੂੰ ਗਰਮੀ ਘੱਟ ਲੱਗਦੀ ਹੈ ਜੀ, ਕਿਉਂਕਿ ਉਹ ਅੰਦਰ ਦੇ ਸੁੱਖ ਨਾਲ ਜੁੜਿਆ ਜੀ। ਤੇ ਨਾਮ ਸਿਮਰਨ ਭਜਨ ਬੰਦਗੀ ਤੋਂ ਟੁੱਟੇ ਹੋਏ ਪੁਰਸ਼ ਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਜੀ। ਹਾਂਜੀ। ਯਾਤੇ ਮੱਜਤ ਨੀਰ ਬਿਲਾਸੇ। ਉਹ ਇਸ ਕਰਕੇ ਗਰਮੀ ਖੂਬ ਲੱਗਦੀ ਸੀਗੀ ਜੀ। ਆਨੰਦ ਦੇ ਨਾਲ ਬਾਬਾ ਪ੍ਰਿਥੀਆ ਜੀ ਇਸ਼ਨਾਨ ਪਾਣੀ ਕਰ ਰਹੇ ਸਨ ਜੀ। ਫੇਰ ਸਿੱਖ ਕਰ ਜੋਰ ਉਚਾਰਾ। ਤੇ ਉਹ ਸਿੱਖ ਨੇ ਜਾ ਕੇ ਵੇਖਿਆ ਜੀ ਬਾਬਾ ਜੀ ਨੂੰ, ਤੇ ਡਰਦੇ ਸਨ ਜੀ ਪ੍ਰਿਥੀਆ ਜੀ ਤੋਂ। ਹੱਥ ਜੋੜ ਕੇ ਉਹਨੇ ਗੱਲ ਕੀਤੀ ਜੀ। ਹਾਂਜੀ। ਸ਼੍ਰੀ ਸਤਿਗੁਰ ਜੀ ਤੁਮੇ ਹਕਾਰਾ। ਬਾਬਾ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੂੰ ਯਾਦ ਕਰ ਰਹੇ ਹੈ। ਹਾਂਜੀ। ਬਿਨਾ ਬਲੰਬ ਆਪ ਕਰ ਜਾਵੋ। ਤੇ ਮਹਾਰਾਜ ਦਾ ਹੁਕਮ ਹੈ, ਦੇਰੀ ਨਹੀਂ ਕਰਨੀ ਤੇ ਛੇਤੀ ਆਓ ਜੀ। ਬਾਬਾ ਜੀ ਨੂੰ ਨਹੀਂ ਪਤਾ ਵੀ ਗੁਰੂ ਅਰਜਨ ਸਾਹਿਬ ਆ ਗਏ ਹੈ। ਹਾਂਜੀ। ਸਭਾ ਬਿਖੈ ਸਭ ਕੋ ਦਰਸਾਵੋ। ਤੇ ਦਰਸ਼ਨ ਦਿਓ। ਕਿਉਂ ਦਬਕਾ ਬੜਾ ਸੀ ਨਾ ਜੀ ਉਹਨਾਂ ਦਾ, ਉਹ ਫਿਰ ਡਰਦਿਆਂ ਹੀ ਕਹਿੰਦੇ ਸੀ ਵੀ ਦਰਸ਼ਨ ਦਿਓ ਜਾ ਕੇ। ਹਾਂਜੀ। ਸੁਨ ਤਬ ਬਸਤਰ ਪਹਿਰ ਕਰ ਨੀਨ। ਸੁਣ ਕੇ ਪ੍ਰਿਥੀਆ ਜੀ ਨੇ ਉਸੇ ਵੇਲੇ ਕੱਪੜੇ ਪਾ ਲਏ ਜੀ। ਚੱਲਿਓ ਚੌਂਪ ਕਰ ਕਪਟ ਪਰਬੀਨ। ਬੜੇ ਕਪਟ ਚ ਨਿਪੁੰਨ ਜਿਹੜੇ ਬਾਬਾ ਜੀ ਹਨ ਨਾ, ਬੜੇ ਚਾਅ ਦੇ ਨਾਲ ਤੁਰ ਪਏ ਜੀ। ਆਵਤ ਦਾਸ ਸੰਗ ਸਮਦਾਇਆ। ਹਾਂਜੀ। ਬਿਗਸਤ ਬੋਲਤ ਉਰ ਹਰ ਖਾਇਆ। ਆਵਤ ਦਾਸ ਸੰਗ ਸਮੁਦਾਇਆ। ਜਦੋਂ ਮਹਾਰਾਜ ਦੀ ਹਜ਼ੂਰੀ ਚ ਆਏ, ਕਈ ਚੇਲੇ ਨਾਲ ਸਨ ਜੀ ਉਹਨਾਂ ਦੇ ਜੀ। ਹਾਂਜੀ। ਬਿਗਸਤ ਬੋਲਤ ਉਰ ਹਰ ਖਾਇਆ। ਰਸਤੇ ਚ ਗੱਲਾਂ ਕਰਨ ਦੇ, ਖੁਸ਼ ਹੁੰਦੇ ਹੁੰਦੇ ਆ ਰਹੇ ਜੀ। ਤੇ ਜਦੋਂ ਬਾਬਾ ਜੀ ਪਹੁੰਚੇ ਜੀ ਗੁਰੂ ਦਰਬਾਰ ਚ। ਹਾਂਜੀ। ਦੋਹਰਾ ਸ਼੍ਰੀ ਅਰਜਨ ਸਨਮਾਨ ਜੁਤ ਅਤ ਸਮੀਪਤਾ ਪਾਏ। ਬੈਠੇ ਸ਼ੋਭਤ ਪਿਤਾ ਸੋ ਗਿਆਨ ਆਨੰਦ ਕੇ ਪਾਏ। ਤੇ ਜਦੋਂ ਬਾਬਾ ਪ੍ਰਿਥੀਆ ਜੀ ਪਹੁੰਚੇ ਤੇ ਕੀ ਵੇਖਣ ਦਏ ਹੈ, ਗੱਜ ਕੇ ਆਖੋ ਵਾਹਿਗੁਰੂ। ਵੇਖਿਆ ਕਿ ਮੇਰਾ ਛੋਟਾ ਭਰਾ ਮੇਰੇ ਪਿਤਾ ਜੀ ਦੇ ਨਾਲ ਬੜੇ ਆਨੰਦ ਨਾਲ ਬੈਠਾ ਹੋਇਆ ਹੈ ਜੀ। ਜਿਹਨੂੰ ਆਉਣ ਹੀ ਨਹੀਂ ਸੀ ਨਾ ਦੇਣਾ ਚਾਹੁੰਦੇ, ਉਹ ਪਿਤਾ ਜੀ ਦੇ ਲਾਗੇ ਬੈਠੇ ਸਨ ਜੀ। ਹਾਂਜੀ। ਚੌਪਈ ਪ੍ਰਿਥੀਆ ਦੇਖ ਦੂਰ ਤੇ ਜਰਿਓ। ਤੇ ਬਸ ਫਿਰ ਕੀ ਸੀਗਾ ਜੀ, ਜਦੋਂ ਦੂਰੋਂ ਬਾਬਾ ਪ੍ਰਿਥੀਆ ਜੀ ਨੇ ਦੇਖਿਆ ਤੇ ਦੇਖਦਿਆਂ ਸਾਰੀ ਦੂਜਾ ਕੰਮ ਸ਼ੁਰੂ ਹੋ ਗਿਆ। ਖੁਸ਼ੀਆਂ ਉੱਡ ਗਈਆਂ ਸਾਰੀਆਂ ਜੀ। ਅੰਦਰ ਈਰਖਾ ਠਾਠਾਂ ਮਾਰਨ ਲੱਗ ਪਈ। ਇਤੋਂ ਨਿਕਟ ਥਿਤ ਹੋਇ ਕਰ ਥਰਿਓ। ਗੱਜ ਕੇ ਆਖੋ ਵਾਹਿਗੁਰੂ। ਇਹ ਬਸ ਸੋਚ ਕੇ ਹੈਰਾਨ ਹੋ ਗਏ, ਵੇਖ ਕੇ ਵੀ ਇੰਨੀ ਨੇੜੇ ਹੋ ਕੇ ਬੈਠੇ ਆ। ਹਾਂਜੀ। ਪਿਤਾ ਗੁਰੂ ਕੋ ਅਦਬ ਨਾ ਰਾਖਿਓ। ਤੇ ਵੇਖ ਲੋ ਮਹਾਰਾਜ ਨੇ ਤੇ ਲਾਗੇ ਬਿਠਾਇਆ ਸੀ ਪ੍ਰੇਮ ਨਾਲ। ਤੇ ਇਹੋ ਜਿਹੇ ਬੰਦੇ ਨਾ ਫਿਰ ਹੋਰ ਗੱਲਾਂ ਕੱਢਦੇ। ਵੇਖੋ ਜੀ
ਸਾਡੇ ਪਿਤਾ ਜੀ ਦਾ ਅਦਬ ਨਹੀਂ ਰੱਖਿਆ, ਲਾਗੇ ਬੈਠੇ ਆ। ਦੱਸੋ ਇਹ ਗੱਲ ਕਰਨ ਵਾਲੀ ਜੀ? ਪਰ ਜਿਹਨੇ ਗੱਲ ਬਣਾਉਣੀ ਉਹਨੇ ਬਣਾ ਹੀ ਲੈਣੀ ਜੀ। ਹਾਂਜੀ, ਬੈਠਿਓ ਜਨ ਸਮਤਾ ਅਭਿਲਾਖਿਓ। ਕਿਵੇਂ ਬਰਾਬਰਤਾ ਕਰਕੇ ਸਾਡੇ ਪਿਤਾ ਜੀ ਦੇ ਲਾਗੇ ਬੈਠੇ ਆ। ਇਮ ਢਿਗ ਹੋਇ ਲੋਕਨ ਦਿਖਰਾਵੈ। ਇਸ ਤਰ੍ਹਾਂ ਬੈਠ ਕੇ ਲੋਕਾਂ ਨੂੰ ਵਿਖਾਉਂਦੇ ਆ। ਈਰਖਾਲੂ ਬੰਦੇ ਨੇ ਨਾ ਗੱਲ ਦੂਜੇ ਬੰਨੇ ਖੜਨੀ ਜੀ। ਹਾਂਜੀ, ਸਿੱਖਨ ਮੈਂ ਨਿਜ ਮਾਨ ਵਧਾਵੈ। ਸਿੱਖਾਂ 'ਚ ਆਪਣਾ ਮਾਨ ਵਧਾਉਣਾ ਚਾਹੁੰਦੇ। ਮਤਲਬ ਬੜੀਆਂ ਬਾਬਾ ਜੀ ਦੀਆਂ ਗੱਲਾਂ ਉਹੋ ਜਿਹੀਆਂ ਸਨ ਜੀ। ਜਰਤ ਆਏ ਪਿਤ ਕੋ ਕਰ ਨਮੋ। ਈਰਖਾ 'ਚ ਭਰ ਗਏ ਜੀ। ਪਰ ਮਹਾਰਾਜ ਨੂੰ ਤੇ ਮੱਥਾ ਟੇਕਣਾ ਹੀ ਪੈਣਾ ਸੀ ਨਾ। ਆ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਜੀ। ਬੈਠਿਓ ਕਿਤਕ ਦੂਰ ਤਿਹ ਸਮੋ। ਤੇ ਕੁਝ ਦੂਰ ਸਾਧ ਸੰਗਤ ਜੀ ਬੈਠਿਓ ਕਿਤਕ ਦੂਰ ਤਿਹ ਸਮੋ। ਥੋੜੀ ਜਿਹੀ ਦੂਰੀ ਤੇ ਜਾ ਕੇ ਬਹਿ ਗਏ ਜੀ। ਹਾਂਜੀ, ਸ਼੍ਰੀ ਅਰਜਨ ਲਖ ਕਰ ਵੱਡ ਭਰਾਤ। ਬੈਠੇ ਰਹੇ ਨਿਕਟ ਗੁਰ ਤਾਤ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਵੇਖਿਆ ਵੀ ਮੇਰਾ ਵੱਡਾ ਭਰਾ ਹੈ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਨੇ। ਹਾਂਜੀ, ਹਾਥ ਜੋਰ ਬੰਧਨ ਕੋ ਠਾਨੀ। ਆਸ਼ਿਖ ਦੇ ਪ੍ਰਿਥੀਏ ਦੇ ਮਾਨੀ। ਤੇ ਉੱਠ ਕੇ ਨਾ ਤੇ ਮੱਥਾ ਟੇਕਿਆ ਜੀ ਸੰਗਤ ਵਿੱਚ। ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਵੇਖ ਲਓ। ਹਾਂਜੀ, ਨਮਸਕਾਰ ਕੀਤੀ। ਅਜੇ ਪਤਾ ਵੀ ਆ ਵੀ ਮੇਰੇ ਨਾਲ ਇਸ ਤਰ੍ਹਾਂ ਕੀਤਾ ਜੀ। ਆਸ਼ਿਕ ਦੇ ਪ੍ਰਿਥੀਏ ਨੇ ਮਾਨੀ। ਤੇ ਪ੍ਰਿਥੀਏ ਨੇ ਆਸ਼ੀਰਵਾਦ ਦਿੱਤਾ ਜੀ ਅੱਗੋਂ ਜੀ। ਹਾਂਜੀ, ਸ਼੍ਰੀ ਗੁਰ ਦੇਖਿਓ ਪੁੱਤਰ ਬਿਲੰਦ। ਕਹਿਓ ਪ੍ਰਿਥੀ ਚੰਦ ਸੁਨ ਮਤ ਵੰਦ। ਹੁਣ ਅੱਗੋਂ ਮਹਾਰਾਜ ਦਾ ਬਚਨ ਸੁਣਿਓ ਜੀ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ ਗਰੀਬ ਨਵਾਜ ਗੁਰੂ ਸਾਹਿਬ ਗੁਰੂ ਰਾਮਦਾਸ ਕਹਿਣ ਲੱਗੇ, ਪੁੱਤਰ ਜੀ ਤੁਸੀਂ ਸਾਡੇ ਵੱਡੇ ਪੁੱਤਰ ਹੋ, ਬੜੇ ਸਿਆਣੇ ਹੋ। ਹਾਂਜੀ, ਦੋਏ ਪੱਤਰਕਾ ਪੂਰਬ ਆਈ। ਅਰਜਨ ਦੇਵ ਦੀਆਂ 2 ਚਿੱਠੀਆਂ ਪਹਿਲਾਂ ਵੀ ਆਈਆਂ ਸਨ। ਹਾਂਜੀ, ਸ਼੍ਰੀ ਅਰਜਨ ਤੁਕ ਸ਼ਬਦ ਬਣਾਈ। ਉਹਦੇ ਵਿੱਚ ਉਹਨਾਂ ਸ਼ਬਦ ਬਣਾਏ ਸਨ, ਤੁਕਾਂ ਬਣਾਈਆਂ, ਬਾਣੀ ਬਣਾਈ ਸੀ। ਸਿੱਖ ਨੇ ਦਈ ਸੌਂਪ ਤੋ ਕਰ ਤੋਹੇ। ਸਿੱਖ ਕਹਿ ਰਿਹਾ ਉਹਨੇ ਚਿੱਠੀਆਂ ਤੁਹਾਨੂੰ ਦਿੱਤੀਆਂ ਸਨ। ਹਾਂਜੀ, ਸੋ ਅਬ ਤੇਰੇ ਹੀ ਢਿਗ ਹੋਏ। ਉਹ ਫਿਰ ਤੁਹਾਡੇ ਕੋਲ ਹੀ ਨੇ, ਸਾਡੇ ਕੋਲ ਤੇ ਆਈਆਂ ਨਹੀਂ। ਹਮਰੇ ਤੀਰ ਨਾ ਆਨ ਦਿਖਾਈ। ਮਹਾਰਾਜ ਕਹਿਣ ਲੱਗੇ, ਪੁੱਤਰ ਜੀ ਤੁਸੀਂ ਸਾਨੂੰ ਵਿਖਾਈਆਂ ਹੀ ਨਹੀਂ ਚਿੱਠੀਆਂ। ਹਾਂਜੀ, ਕੌਣ ਹੇਤ ਤੇ ਰਾਖ ਛੁਪਾਈ। ਕੀ ਗੱਲ ਮਹਾਰਾਜ ਕਹਿੰਦੇ ਚਿੱਠੀਆਂ ਲੁਕਾ ਕੇ ਰੱਖ ਲੀਆਂ ਤੁਸਾਂ। ਹਾਂਜੀ, ਅਨਹੋ ਅਬ ਤਿਨ ਕੋ ਜਹ ਧਰੀ। ਚਲੋ ਕੋਈ ਗੱਲ ਨਹੀਂ, ਤੁਹਾਨੂੰ ਚੇਤਾ ਭੁੱਲ ਗਿਆ ਹੋਏਗਾ। ਗੱਜ ਕੇ ਆਖੋ ਵਾਹ। ਵੇਖੋ ਨਾਲੇ ਰਾਹ ਵੀ ਦੱਸਤਾ, ਪੜਦੇ ਵੀ ਰੱਖਦੇ ਵੀ ਚਲੋ ਬਾਬਾ ਪ੍ਰਿਥੀਆ ਇਹ ਕਹਦੇ ਵੀ ਮੈਨੂੰ ਯਾਦ ਭੁੱਲ ਗਿਆ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤੁਹਾਨੂੰ ਚੇਤਾ ਭੁੱਲ ਗਿਆ ਹੋਏਗਾ ਤੇ ਹੁਣ ਹੀ ਸਾਨੂੰ ਦੇ ਦਿਓ ਚਿੱਠੀਆਂ। ਹਾਂਜੀ, ਅਵਲੋਕ ਹੈ ਕੈਸੀ ਬਿਦ ਕਰੀ। ਵੇਖੀਏ ਤੇ ਸਹੀ ਜਿਵੇਂ ਤੀਜੀ ਚਿੱਠੀ ਲਿਖੀ, ਦੂਜੀਆਂ ਕਿਹੋ ਜੀਆਂ ਲਿਖੀਆਂ ਸਨ। ਪਹਿਲੀਆਂ 2 ਸੁਨ ਬੋਲਿਓ ਬਚ ਜੋ ਛਲ ਸਾਨੇ। ਤੇ ਬਾਬਾ ਜੀ ਤੇ ਛਲ ਕਪਟ ਨਾਲ ਭਰੇ ਸਨ। ਛਲੀ ਕਪਟੀ ਬੰਦਾ ਸਤਿਗੁਰੂ ਨਾਲ ਵੀ ਝੂਠ ਬੋਲ ਦਿੰਦਾ ਹੈ ਜੀ, ਝੂਠ ਬੋਲਦਾ ਜੀ। ਹਾਂਜੀ, ਕਬ ਇਨ ਪਠੀ ਕਹਾਂ ਕੋ ਜਾਣੇ। ਕਹਿੰਦੇ ਮਹਾਰਾਜ ਕਿਹੜੀਆਂ ਚਿੱਠੀਆਂ, ਮੇਰੇ ਕੋਲ ਤੇ ਕੋਈ ਚਿੱਠੀ ਆਈ ਹੀ ਨਹੀਂ। ਗੱਜ ਕੇ ਆਖੋ ਵਾਹ। ਇੱਕ ਸਿੰਘ ਸੀਗਾ ਜੀ, ਉਹ ਨਿੱਕੀ ਨਿੱਕੀ ਗੱਲ ਤੇ ਝੂਠ ਬੋਲ ਦਿੰਦਾ ਸੀਗਾ ਜੀ, ਸਾਡੇ ਨਾਲ ਵੀ ਜੀ। ਤੇ ਨਾਲ ਦੇ ਸਿੰਘਾਂ ਨੇ ਉਹਦਾ ਨਾਮ ਹੀ ਝੂਠ ਪਾ ਦਿੱਤਾ ਸੀਗਾ ਜੀ ਵੀ ਇਹ ਝੂਠ ਹੈਗਾ ਜੀ। ਹਾਂਜੀ, ਬਸ ਉਹ ਮਹਾਰਾਜ ਦੀ ਹਾਜ਼ਰੀ 'ਚ ਵੀ ਝੂਠ ਬੋਲ ਦਿੱਤਾ ਜੀ ਉਹਨਾਂ ਨੇ। ਹਾਂਜੀ, ਮੋਹ ਹਿਰਦੈ ਸੁਧ ਅਹੈ ਨਾ ਕੋਈ। ਮੈਨੂੰ ਤੇ ਕਹਿੰਦੇ ਕੋਈ ਨਹੀਂ ਪਤਾ। ਹਾਂਜੀ, ਕਰੇ ਦੁਰਾਵ ਕਾਜ ਕਿਆ ਹੋਈ। ਤੇ ਮੈਂ ਲੁਕਾ ਕੇ ਕੀ ਰੱਖਣੀਆਂ ਸਨ। ਬੰਦਾ ਫਿਰ ਇਹ ਐਸਾ ਬੰਦਾ ਭੋਲਾ ਸਗੋਂ ਜਾਣ ਜਾਣ ਕੇ ਬਣ ਕੇ ਵਿਖਾਉਂਦਾ ਵੀ ਮੇਰੇ ਤੋਂ ਤੇ ਵੱਡਾ ਭੋਲਾ ਹੀ ਕੋਈ ਨਹੀਂ ਜੀ। ਹਾਂਜੀ, ਚਤੁਰੰਗਲ ਕਾਗਦ ਕੇ ਸੰਗ। ਹਾਂਜੀ, ਮੈਂ ਨਹਿ ਤਾਣ ਚੜਾਏ ਵਸਚੰਗ। ਤੇ ਪਤਾ ਕੀ ਕਹਿਣ ਲੱਗੇ, ਕਹਿੰਦੇ 4 ਉਂਗਲਾਂ ਕਾਗਜ਼ ਨਾਲ ਮੈਂ ਗੁੱਡੀ ਬਣਾ ਕੇ ਡਾਉਣੀ ਸੀ। ਕਹਿਣ ਲੱਗੇ
ਇੰਜ ਕਹਿ ਦਿੱਤਾ ਜੀ। ਹਾਂਜੀ, ਸੁਨ ਸ਼੍ਰੀ ਰਾਮਦਾਸ ਪੁਨ ਕਹੀ। ਵਾਹ ਵਾਹ ਵਾਹ, ਗਾਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ, ਪਿਆਰ ਨਾਲ ਗੱਜ ਕੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਜੀ ਬਾਬੇ ਪ੍ਰਿਥੀਏ ਨਾ, ਲੇਹੋ ਸਿਮਰ ਜੇ ਸੁਧ ਨਹਿ ਰਹੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਪ੍ਰਿਥੀਆ ਜੀ, ਪੁੱਤਰ ਜੀ, ਚੇਤਾ ਭੁੱਲ ਜਾਂਦਾ ਬੰਦੇ ਨੂੰ, ਚੇਤਾ ਕਰ ਲੋ ਕਿੱਥੇ ਰੱਖੀਆਂ ਸਨ। ਧਰੀ ਹੋਏਗੀ ਕਿਸ ਹੀ ਥਾਏ, ਕਿਸੇ ਨਾ ਕਿਸੇ ਥਾਂ ਤੇ ਰੱਖੀ ਹੋਏਗੀ ਨਾ, ਕਹਿਣ ਲੱਗੇ। ਹਾਂਜੀ, ਖੋਜ ਆਨੀਆਂ ਦੇਹੋ ਦਿਖਾਏ। ਤੇ ਜਾਓ ਮਹਾਰਾਜ ਕਹਿੰਦੇ ਜਿੱਥੇ ਲੱਭ ਲਿਆਓ, ਮਹਾਰਾਜ ਕਹਿਣ ਲੱਗੇ। ਹਾਂਜੀ, ਅਪਰ ਸਰਬ ਹੀ ਕਾਰ ਸੁਧਾਰੈ, ਸੋ ਕੈਸੇ ਕਹਿ ਨਹੀਂ ਬਿਸਰਾ ਹੈ। ਮਹਾਰਾਜ ਕਹਿੰਦੇ ਬਾਕੀ ਕੰਮ ਤੇ ਤੁਹਾਨੂੰ ਚੇਤਾ ਨਹੀਂ ਵੈਸੇ ਭੁੱਲਦੇ, ਬਾਕੀ ਤੇ ਸਾਰੇ ਕੰਮ ਤੁਸੀਂ ਕਰਦੇ, ਪ੍ਰਬੰਧਕ ਸਨ ਨਾ ਬੜੇ ਵੱਡੇ। ਤੇ ਮਹਾਰਾਜ ਕਹਿੰਦੇ ਇਹ ਵੀ ਨਹੀਂ ਚੇਤਾ ਭੁੱਲਣੀ ਚਾਹੀਦੀ। ਹਾਂਜੀ, ਕੂਰ ਨਾ ਕਹੋ ਨਹਿ ਰਾਖ ਦੁਰਾਈ, ਤਿਆਗ ਦੇ ਛਲ ਕੀ ਚਤੁਰਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਝੂਠ ਨਾ ਬੋਲੋ ਵੀ ਚਿੱਠੀਆਂ ਆਈਆਂ ਹੀ ਨਹੀਂ, ਇਹ ਸਾਨੂੰ ਪਤਾ ਤੁਸੀਂ ਲੁਕਾ ਕੇ ਰੱਖੀਆਂ ਨੇ, ਤੇ ਜਿੱਥੇ ਰੱਖੀਆਂ ਹੁਣ ਦੇ ਦਿਓ। ਹਾਂਜੀ, ਸੁਨ ਕੇ ਖੁਨਸਿਓ ਉੱਚੇ ਕਹੇ, ਕਸ਼ ਹੁੰਡੀ ਤੇ ਨਾਹਨ ਅਹੈ। ਤੇ ਸਾਧ ਸੰਗਤ ਜੀ ਫਿਰ ਹੋਰ ਗੁੱਸੇ ਚ ਆ ਗਏ ਜੀ, ਤੇ ਗੁੱਸੇ ਚ ਆ ਕੇ ਕਹਿਣ ਲੱਗੇ ਉਹ ਕੋਈ ਹੁੰਡੀ ਤੇ ਨਹੀਂ ਹੈਗੀ, ਕਹਿਣ ਲੱਗੇ। ਹਾਂਜੀ, ਜਿਹੇ ਛਿਪਾਏ ਧਨ ਕੋ ਲੈ ਆਵੋ, ਵੀ ਜਿਹਨੂੰ ਮੈਂ ਲੁਕਾ ਕੇ ਰੱਖਾਂ ਬਾਅਦ ਵਿੱਚ ਉਹਦੇ ਤੋਂ ਮੈਨੂੰ ਮਾਇਆ ਮਿਲ ਜੇਗੀ। ਕੌਣ ਅਰਥ ਤੇ ਤਾਹੇ ਛੁਪਾਵੋ, ਮੈਨੂੰ ਕੀ ਲੋੜ ਪਈ ਲੁਕਾਉਣ ਦੀ, ਕਹਿਣ ਲੱਗੇ। ਹਾਂਜੀ, ਕੁਛ ਲੇਖਾ ਨ ਤਿਸ ਕੇ ਮਾਹੂ, ਰਿਨ ਕੀ ਵਹੀ ਨਾ ਰਾਖੋ ਪਾਹੂ। ਉਹ ਕੋਈ ਵਹੀ ਖਾਤਾ ਕਰਦੇ ਦਾ ਜਾਂ ਕੁਝ ਲਿਖਿਆ ਉਹਦੇ ਚ ਖਾਸ ਜਿਹੜਾ ਮੈਂ ਲੁਕਾ ਕੇ ਰੱਖਾਂ। ਹਾਂਜੀ, ਸਿੱਖ ਤੇ ਗਿਰੀ ਹੋਏ ਮਗ ਲਿਆਵਤ, ਡਰਤ ਹਿਰਦੇ ਮੁਝ ਪਾਸ ਬਤਾਵਤ। ਅੱਗੋਂ ਫਿਰ ਬਾਬਾ ਪ੍ਰਿਥੀਆ ਜੀ ਕਹਿੰਦੇ ਸਿੱਖ ਝੂਠ ਬੋਲਦਾ, ਇਹ ਰਸਤੇ 'ਚ ਕਿਤੇ ਸੁੱਟ ਆਇਆ ਹੋਣਾ, ਕਹਿਣ ਲੱਗੇ। ਐਵੇਂ ਹੁਣ ਮੇਰਾ ਨਾਮ ਲਾਈ ਜਾਂਦੇ ਆ, ਕਹਿਣ ਲੱਗੇ। ਹਾਂਜੀ, ਜੇ ਕਰ ਪਦ ਇਨ ਸ਼ਬਦ ਬਨਾਏਵ, ਤਿਨ ਦੇਖਨ ਹਿਤ ਚਿਤ ਲਲਚਾਏਵ। ਹਾਂਜੀ, ਤਉ ਕਿਛ ਟੋਟ ਨਹੀਂ ਢਿਗ ਬੈਸੇ, ਕਹਿ ਬਨਵਾਏ ਲੇਹੋ ਤੁਮ ਤੈਸੇ। ਅੱਗੋਂ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਇਹਦੇ ਕਵਿਤਾ ਵੇਖਣੀ, ਬਾਣੀ ਵੇਖਣੀ ਕਿਹੋ ਜੀ ਬਣਾਈ, ਤੇ ਜੇ ਬਾਣੀ ਵੇਖਣੀ ਤੇ ਕੋਲ ਬੈਠੇ ਇਹਨਾਂ ਨੂੰ ਕੋ ਮੂੰਹੋਂ ਬੋਲ ਦੇਣ। ਵਾਹਿਗੁਰੂ। ਹਾਂਜੀ, ਅਪਰ ਕਾਜ ਤੋਂ ਨਹਿ ਤਿਨ ਮਾਹੂ, ਹਾਂਜੀ, ਜਿਸ ਤੇ ਕਾਰ ਅਟਕ ਕੁਛ ਜਾਹੂ। ਉਹਦੇ ਤੋਂ ਬਗੈਰ ਕਿਹੜਾ ਕੰਮ ਰੁਕ ਚੱਲਾ, ਚਿੱਠੀਆਂ ਨਹੀਂ ਮਿਲਣਗੀਆਂ ਕੋਈ ਕੰਮ ਰੁਕ ਜਾਏਗਾ, ਕਹਿੰਦੇ। ਹਾਂਜੀ, ਦੇਖ ਕੁਟਲਤਾ ਪ੍ਰਿਥੀਏ ਕੇਰੀ, ਤਨਕ ਸਰਲਤਾ ਨੈ ਤਬ ਹੇਰੀ। ਮਹਾਰਾਜ ਗੁਰੂ ਰਾਮਦਾਸ ਜੀ ਨੇ ਦੇਖਿਆ ਬਾਬਾ ਪ੍ਰਿਥੀਆ ਬਿਲਕੁਲ ਸਰਲ ਨਹੀਂ ਹੈਗੇ ਜੀ, ਮਨ ਪੱਧਰਾ ਨਹੀਂ ਰੱਖਿਆ, ਛਲ ਕਪਟ ਰੱਖਿਆ ਹਿਰਦੇ ਵਿੱਚ। ਹਾਂਜੀ, ਦਾਸ ਨਿਕ ਟਿਕੇ ਸ਼ਰਵਣ ਮਝਾਰਾ, ਅੰਤਰ ਜਾਮੀ ਵਾਕ ਉਚਾਰਾ। ਹੁਣ ਫਿਰ ਜਿਹਦਾ ਮਹਾਰਾਜ ਨੇ ਪਰਦਾ ਚੁੱਕਣਾ ਹੋਵੇ ਉਂਝ ਅਰਦਾਸ ਕਰੋ, ਮਹਾਰਾਜ ਸਾਡੇ ਗਰੀਬਾਂ ਦੇ ਪਰਦੇ ਕੱਜ ਕੇ ਰੱਖਿਓ। ਕਹੋ ਮਹਾਰਾਜ ਸਾਡੇ ਪਰਦੇ ਕੱਜ ਕੇ ਰੱਖਿਓ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਲਾਗੇ ਇੱਕ ਸੇਵਕ ਸੀ, ਮਹਾਰਾਜ ਕਹਿੰਦੇ ਪਿਆਰਿਆ ਉੱਠ। ਹਾਂਜੀ, ਸ਼ੀਘਰ ਸਦਨ ਇਸ ਕੇ ਉੱਠ ਜਾਵੋ। ਮਹਾਰਾਜ ਕਹਿੰਦੇ ਜਾਓ ਪ੍ਰਿਥੀਏ ਦੇ ਘਰ ਜਾਓ, ਕਹਿਣ ਲੱਗੇ। ਤਹਾਂ ਪਹੁੰਚ ਇਹ ਬਾਕ ਸੁਣਾਵੋ। ਹਾਂਜੀ, ਪ੍ਰਿਥੀਏ ਨੇ ਕੀਨਸ ਇਸ਼ਨਾਨਾ। ਉੱਥੇ ਜਾ ਕੇ ਇਹ ਗੱਲ ਕਹੋ ਵੀ ਪ੍ਰਿਥੀਏ ਨੇ ਇਸ਼ਨਾਨ ਕੀਤਾ। ਹਾਂਜੀ, ਚਾਹਤ ਸਤਿਗੁਰ ਪਾਸ ਪਿਆਨਾ, ਤੇ ਉਹ ਗੁਰੂ ਸਾਹਿਬ ਦੇ ਕੋਲ ਜਾਣਾ ਚਾਹੁੰਦਾ ਹੈ। ਹਾਂਜੀ, ਜਾਮਾ ਪਹਿਰਨ ਹਿਤ ਮੰਗਵਾਏਵ, ਤੇ ਚੋਲਾ ਮੰਗਾਇਆ ਬਾਬੇ ਪ੍ਰਿਥੀਏ ਨੇ। ਪਠਿਓ ਮੋਹੇ ਆਏਵ ਉਤਲਾਏਵ, ਤੇ ਮੈਨੂੰ ਛੇਤੀ ਛੇਤੀ ਭੇਜਿਆ ਤੇ ਬਾਬੇ ਪ੍ਰਿਥੀਏ ਦਾ ਚੋਲਾ ਦੇ ਦਿਓ। ਹਾਂਜੀ, ਸੁਨ ਸਿੱਖ ਗਇਓ ਗੁਰੂ ਪੁਨ ਕਹਿਓ। ਸਿੱਖ ਗਿਆ ਛੇਤੀ ਛੇਤੀ ਜੀ। ਬਾਬੇ ਪ੍ਰਿਥੀਏ ਦੀ ਘਰ ਵਾਲੀ ਸੀਗੀ ਜੀ, ਬੀਬੀ ਕਰਮੋ ਨਾਮ ਸੀਗਾ ਉਹਦਾ। ਹਾਂਜੀ, ਤਿਸ ਕਾਗਦ ਮੈਂ ਕਾਜ ਨਾ ਲਹਿਓ। ਹਾਂਜੀ, ਹਮਹੁ ਦਿਖਾਵਤ ਕਿਉ ਨਹਿ ਸੋਊ, ਇਸ ਮਹਿ ਸਾਹਸ ਮਿਤ ਕਿਮ ਹੋਊ। ਸੁਨ ਸਿੱਖ ਗਇਓ ਗੁਰੂ ਪੁਨ ਕਹਿਓ। ਸਿੱਖ ਚਲੇ ਗਿਆ
ਗੁਰੂ ਰਾਮਦਾਸ ਸਾਹਿਬ ਫਿਰ ਕਹਿਣ ਲੱਗੇ, ਤਿਸ ਕਾਗਜ਼ ਮਹਿ ਕਾਜ ਨਾ ਲਹਿਓ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਵੀ ਤੈਨੂੰ ਉਸ ਕਾਗਜ਼ਾਂ ਨਾਲ ਕੀ ਕੰਮ ਹੈ ਜਿਹੜਾ ਲੁਕਾ ਕੇ ਰੱਖੇ ਹੀ? ਹਮੋ ਦਿਖਾਵਤ ਕਿਉਂ ਨਹਿ ਸਊ, ਸਾਨੂੰ ਕਿਉਂ ਨਹੀਂ ਦਿਖਾਉਣਾ? ਇਸ ਮੈਂ ਸਾਹਸ ਮਤ ਕਿਮ ਹੋਊ, ਇਹਦੇ 'ਚ ਕਿਹੜੀ ਵੱਡੀ ਗੱਲ ਹੈ? ਕਾਗਜ਼ ਵਿਖਾ ਦਿਓ। ਹਾਂਜੀ, ਸਿਮਰਨ ਕਰੋ ਜਹਾਂ ਸੋ ਧਰੀ। ਮਹਾਰਾਜ ਕਹਿੰਦੇ ਚੇਤਾ ਕਰ ਲਾ ਚੇਤਾ। ਹਾਂਜੀ, ਅਰੀ ਨਾ ਧਰੋ ਦੇਹੋ ਪਰ ਹਰੀ। ਆੜਨਾ ਅੜੀ ਛੱਡ ਦੇ। ਕਈ ਬੰਦੇ ਬੜੀ ਅੜੀਅਲ ਜਿਹੇ ਹੁੰਦੇ ਆ ਜੀ, ਅੜੀ ਨਹੀਂ ਛੱਡਦੇ। ਹਾਂਜੀ, ਭਾਵੀ ਨੇ ਪ੍ਰੇਰਿਓ ਨਹਿਮਾਨਾ। ਪਰ ਇਹ ਵੀ ਹੁਕਮ ਹੀ ਸੀਗਾ, ਬਾਬਾ ਪ੍ਰਿਥੀਆ ਜੀ ਨੇ ਗੱਲ ਨਹੀਂ ਮੰਨੀ ਜੀ। 3 ਵਾਰ ਗੁਰਬਚ ਉਲਟਾਨਾ। 3 ਵਾਰ ਮਹਾਰਾਜ ਨੇ ਕਿਹਾ, ਤਿੰਨੋਂ ਵਾਰੀ ਉਲਟੀ ਜਵਾਬ ਦਿੱਤਾ ਜੀ। ਰਿਸ ਕਰ ਬੋਲਿਓ ਮੋਰੇ ਕਹਿਓ, ਰਾਵਰ ਨੇ ਸਭ ਝੂਠੋ ਲਹਿਓ। ਤੇ ਰਿਸ ਕਰ ਬੋਲਿਓ ਮੇਰੋ ਕਹਿਓ, ਰਾਵਰ ਨੇ ਸਭ ਝੂਠੋ ਲਹਿਓ। ਕਹਿੰਦੇ ਮਹਾਰਾਜ ਮੇਰਾ ਕਿਹਾ ਤੇ ਤੁਸੀਂ ਝੂਠ ਹੀ ਮੰਨਣਾ। ਹਾਂਜੀ, ਸਪਤ ਮੋਹੇ ਤੁਮ ਚਰਨਨ ਕੇਰੀ। ਕਹਿਣ ਲੱਗੇ ਸਹੁੰ ਤੇ ਵੈਸੇ ਨਹੀਂ ਖਾਣੀ ਚਾਹੀਦੀ। ਬਾਬਾ ਪ੍ਰਿਥੀਆ ਜੀ ਕਹਿੰਦੇ ਮਹਾਰਾਜ ਗੁਰੂ ਰਾਮਦਾਸ ਜੀ ਮੈਨੂੰ ਤੁਹਾਡੇ ਚਰਨਾਂ ਦੀ ਸਹੁੰ ਹੈ। ਕਹਿਣ ਲੱਗੇ ਹਾਂਜੀ, ਜੇ ਕਰ ਪੱਤਰੀ ਮੈਂ ਕਿਤ ਹੇਰੀ। ਮੈਂ ਤੇ ਚਿੱਠੀ ਵੇਖੀ ਨਹੀਂ। ਕਹਿਣ ਲੱਗੇ ਵੇਖੀ ਨਹੀਂ ਹੈ। ਹਾਂਜੀ, ਪਿਤ ਗੁਰ ਕੋ ਸਰਬੱਗਿਆ ਨਾ ਜਾਨਾ। ਬਸ ਇੰਨੇ ਵੱਡੇ ਗੁਰੂ ਰਾਮਦਾਸ ਸਾਹਿਬ ਆਪ ਰੱਬ ਪਰਮੇਸ਼ਰ, ਉਹਨਾਂ ਨੂੰ ਸਮਰੱਥ ਨਹੀਂ ਜਾਣਿਆ ਜੀ। ਬੜ ਮਹਿਮਾ ਤੇ ਰਹਿ ਅਣਜਾਨਾ। ਮਹਿਮਾ ਤੋਂ ਅਣਜਾਣ ਹੀ ਰਹਿ ਗਏ ਜੀ, ਗੁਰੂ ਘਰ ਵਿੱਚ ਰਹਿ ਕੇ ਵੀ ਅਣਜਾਣ ਰਹਿ ਗਏ ਜੀ। ਮਹਾ ਅਭਾਗ ਜਹ ਕੇ ਹੋਏ, ਕਿਮ ਉੱਚੇ ਪਦ ਪ੍ਰਾਪਤ ਹੁਣ ਸੋਏ। ਇਹਨਾਂ ਨੂੰ ਐਡੀ ਵੱਡੀ ਪਦਵੀ ਕਿਵੇਂ ਮਿਲੇ ਜੀ? ਹਾਂਜੀ, ਦਾਸ ਗਇਓ ਤੇ ਕੇ ਗ੍ਰਹਿ ਕਹਿਓ। ਦਾਸ ਸੇਵਕ ਉਧਰੋਂ ਘਰ ਪਹੁੰਚ ਗਿਆ ਬੀਬੀ ਕਰਮੋ ਕੋਲ ਜੀ। ਹਾਂਜੀ, ਤਿਸ ਕੀ ਤ੍ਰਿਐ ਕੁਛ ਭੇਦ ਨ ਲਹਿਓ। ਬੀਬੀ ਕਰਮੋ ਨੂੰ ਕੀ ਪਤਾ ਸੀ ਵੀ ਉੱਥੇ ਉਹ ਕੁਝ ਹੋ ਰਿਹਾ ਜੀ। ਹਾਂਜੀ, ਕਰਮੋ ਨੇ ਤਬ ਪ੍ਰੇਰੀ ਦਾਸੀ। ਉਹਨੇ ਬੀਬੀ ਕਰਮੋ ਨੇ ਸੇਵਕਾ ਦਾਸੀ ਨੂੰ ਆਖਿਆ, ਲਿਆਵਤ ਭੀ ਜਾਮਾ ਤੇ ਸੁਪਾਸੀ। ਵੀ ਜਾਓ ਭਾਈ ਉਹ ਜਿਹੜਾ ਜਾਮਾ ਪਿਆ ਹੈ, ਜਿਹੜਾ ਮੰਗ ਰਹੇ ਉਹ ਦੇ ਦਿਓ। ਸਿੱਖ ਨੇ ਇਕੱਠੋ ਕਰ ਸੋ ਲਿਆਇਵ। ਸਿੱਖ ਨੇ ਚੋਲਾ ਤੈਅ ਕੀਤਾ ਤੇ ਲੈ ਆਇਆ, ਆਪਣੇ ਬਸਤਰ ਲਪੇਟ ਛੁਪਾਇਵ। ਤੇ ਲੁਕਾ ਕੇ ਲੈ ਕੇ ਆਂਦਾ। ਮਹਾਰਾਜ ਨੇ ਸਿੱਖ ਨੂੰ ਗੁਪਤ ਕਿਹਾ ਸੀ ਨਾ, ਬਾਬੇ ਪ੍ਰਿਥੀਏ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ। ਉਹ ਲੁਕਾ ਕੇ ਚੋਲਾ ਮਹਾਰਾਜ ਦੀ ਹਾਜ਼ਰੀ 'ਚ ਲੈ ਆਇਆ। ਕੋ ਨਹਿ ਜਾਣ ਸਕੇ ਇਸ ਭਾਂਤੀ। ਮਤਲਬ ਇਸ ਤਰੀਕੇ ਨਾਲ ਸਿੱਖ ਚੋਲਾ ਲੈ ਕੇ ਆਇਆ ਵੀ ਕਿਸੇ ਨੂੰ ਪਤਾ ਨਾ ਲੱਗੇ। ਆਨ ਦਿਓ ਗੁਰ ਕੋ ਜੁਤ ਪਾਤੀ। ਤੇ ਆ ਕੇ ਸਾਧ ਸੰਗਤ ਜੀ ਗੁਰੂ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਨੂੰ ਦੇ ਦਿੱਤਾ ਜੀ। ਆਨ ਦਿਓ ਗੁਰ ਕੋ ਜੁਤ ਪਾਤੀ। ਹਾਂਜੀ, ਮਹਾਦੇਵ ਕੋ ਤਬੈ ਹਕਾਰਾ। ਅਪਰ ਦੀਵਾਨ ਲਗਾਏ ਵਸਾਰਾ। ਹਾਂਜੀ, ਸਿਆਣੇ ਸਿੱਖ ਅਨੇਕ ਸੁਹਾਏ। ਸਮਚਿਤ ਜਿਨਹੁ ਬਿਕਾਰ ਬਿਹਾਏ। ਤੇ ਮਹਾਰਾਜ ਨੇ ਆਪਣੇ ਵਿਚਕਾਰਲੇ ਪੁੱਤਰ ਬਾਬੇ ਮਹਾਦੇਵ ਜੀ ਨੂੰ ਵੀ ਸੱਦ ਲਿਆ ਜੀ। ਹੋਰ ਬੁੱਧੀਵਾਨ ਸਿੱਖ ਆ ਗਏ, ਬੜੇ ਬੜੇ ਨਿਰਮਲ ਹਿਰਦੇ ਦੇ ਸਿੱਖ ਜਿਨ੍ਹਾਂ ਨੇ ਵਕਾਰਾਂ ਨੂੰ ਦੂਰ ਕੀਤਾ, ਉਹ ਸਿੱਖ ਆ ਗਏ ਸਾਰੇ। ਕੋ ਸਤਿਗੁਰ ਕੇ ਮੁਖ ਕੋ ਦੇਖਤ। ਹਾਂਜੀ, ਕੋ ਪ੍ਰਿਥੀਏ ਕੀ ਕ੍ਰਾਂਤ ਪ੍ਰੇਖਤ। ਕੋਈ ਤੇ ਮਹਾਰਾਜ ਦੇ ਮੁਖ ਵੱਲ ਵੇਖਦਾ ਸੀ ਤੇ ਕੋਈ ਬਾਬੇ ਪ੍ਰਿਥੀਏ ਵੱਲ ਵੇਖਦਾ ਸੀ। ਹਾਂਜੀ, ਪੁੰਨ ਗੁਰ ਸਭਨ ਸੁਨਾਏ ਉਚਾਰੋ। ਅਜਹੋਂ ਸਮਝ ਤੂੰ ਕਹਿਓ ਹਮਾਰੋ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਬਾਬਾ ਪ੍ਰਿਥੀਆ ਜੀ ਨੂੰ, ਪ੍ਰਿਥੀਆ ਜੀ ਅਜੇ ਵੀ ਸਾਡੀ ਗੱਲ ਮੰਨ ਲਓ। ਬਾਬਾ ਪ੍ਰਿਥੀਆ ਜੀ ਨੂੰ ਨਹੀਂ ਪਤਾ, ਗੁਪਤ ਉਹਨੇ ਚੋਲਾ ਮਹਾਰਾਜ ਨੂੰ ਫੜਾ ਦਿੱਤਾ ਜੀ। ਮਹਾਰਾਜ ਕਹਿੰਦੇ ਬਾਬਾ ਜੀ ਅਜੇ ਵੀ ਸਾਡੀ ਗੱਲ ਮੰਨ ਲਓ। ਹਾਂਜੀ, ਦੇਹੋ ਪੱਤਰ ਕਾ ਜਹਾਂ ਦੁਰਾਈ। ਜਿੱਥੇ ਲੁਕਾ ਕੇ ਰੱਖੀਆਂ ਦੱਸ ਦਿਓ ਸਾਨੂੰ। ਤੇਰੋ ਕਾਜ ਨਾ ਬਿਗੜੈ ਰਾਈ। ਤੁਹਾਡਾ ਕੋਈ ਕੰਮ ਨਹੀਂ ਵਿਗੜੇਗਾ। ਫਿਰ ਕੀ ਚੇਤਾ ਭੁੱਲ ਜਾਂਦਾ ਕਹਿੰਦੇ। ਹਾਂਜੀ, ਜੇ ਨਾ ਦੇਹ ਸੁਧਰੇ ਕੁਛ ਨਾਹੀ। ਨਾਹਕ ਪਰਿਓ ਮਹਾ ਹਠ ਮਾਹੀ। ਮਹਾਰਾਜ ਕਹਿਣ ਲੱਗੇ ਨਾ ਦੇਂਗਾ ਤੇ ਕੁਝ ਬਣ ਜਾਏਗਾ। ਕਹਿਣ ਲੱਗੇ ਐਵੇਂ ਫਜ਼ੂਲ ਦਾ ਹੱਥ ਕਰੀ ਜਾਂਦਾ ਸਾਡੇ ਪੁੱਤਰਾ। ਹਾਂਜੀ, ਅਲਪ ਵਸਤ ਤੇ ਮਹਿਦ ਬਿਗਾਰੇ। ਨਿੱਕੀ ਜੀ ਗੱਲ ਕਰਕੇ ਵੱਡੇ ਵਿਗਾੜ ਪੈ ਜਾਂਦੇ ਹੁੰਦੇ ਆ। ਕਿਉਂ ਤੂੰ ਕਰਤੋ ਬਿਨਾ ਵਿਚਾਰੇ। ਤੇ ਬਿਨਾ ਵਿਚਾਰ ਕੀਤਿਆਂ ਕਿਉਂ ਇਹ ਗੱਲ ਕਹਿ ਰਹੇ ਆ? ਸਗਰੀ ਸਭਾ ਸੁਨਤ ਤਿਨ ਥਾਨ।
ਕਹੇ ਨਾ ਸਮਝਿਓ ਮਹਿਦ ਅਜਾਨ। ਸਾਰੀ ਸੰਗਤ ਸੁਣ ਰਹੀ ਸੀ, ਪਰ ਬਾਬੇ ਪ੍ਰਿਥੀਏ ਨੂੰ ਗੱਲ ਫੇਰ ਨਾ ਸਮਝ ਆਈ ਜੀ। ਹਾਂਜੀ। ਕਹਿਤ ਭਇਓ ਬਿਪਰੈ ਹੀ ਫੇਰੇ, ਪੱਤਰੀ ਤੇ ਕਿਆ ਬਨਵ ਬਡੇਰੇ। ਫੇਰ ਉਲਟੀ ਗੱਲ ਕਹੀ ਵੀ ਚਿੱਠੀ ਨਾ ਕੀ ਹੋ ਜਾਏਗਾ ਕਹਿੰਦੇ। ਹਾਂਜੀ। ਕੈ ਟਿਗ ਰਾਖ ਰਾਜ ਕਿਹ ਲੇਵੋ, ਦੁਲੱਭ ਵਸਤ ਕਿਆ ਤਿਸਤੇ ਸੇਵੋ। ਕਹਿੰਦੇ ਮੈਂ ਚਿੱਠੀਆਂ ਰੱਖ ਕੇ ਰਾਜ ਲੈਣਾ, ਮੈਂ ਰਾਜ ਲੈਣਾ, ਜਾਂ ਮੈਂ ਦੁਰਲੱਭ ਵਸਤੂ ਚਿੱਠੀਆਂ ਦੇ ਵਿੱਚੋਂ ਕੱਢ ਲੈਣੀ ਹੈ। ਹਾਂਜੀ। ਸੁਨ ਸ਼੍ਰੀ ਰਾਮਦਾਸ ਬਚ ਕਹੇ, ਵਡਿਆਈ ਤੁਮ ਭਾਗ ਨਾ ਆਹੈ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਦੀ ਬਚਨ ਤੇ ਥੋੜੇ ਸਖਤ ਨੇ, ਪਰ ਚਲੋ ਮਹਾਰਾਜ ਦੇ ਬਚਨ ਹੈ। ਮਹਾਰਾਜ ਕਹਿਣ ਲੱਗੇ ਬਾਬੇ ਪ੍ਰਿਥੀਏ ਤੇਰੇ ਭਾਗਾਂ 'ਚ ਵਡਿਆਈ ਨਹੀਂ ਹੈਗੀ, ਵਡਿਆਈ ਨਹੀਂ ਹੈਗੀ। ਕਈ ਬੰਦਿਆਂ ਦੇ ਭਾਗਾਂ 'ਚ ਨਹੀਂ ਹੁੰਦੀ, ਖੇਡ ਭਾਗਾਂ ਦੀ ਹੈ ਸਾਰੀ ਜੀ। ਅਰਦਾਸ ਕਰਿਆ ਕਰੋ ਮਹਾਰਾਜ ਬੁਰੇ ਭਲੇ ਹਮ ਥਾਰੇ, ਜਿਹੋ ਜਿਹੇ ਵੀ ਹੈਗੇ ਤੁਹਾਡੇ ਹੀ ਆ, ਬਖਸ਼ੀ ਲਓ ਸਾਨੂੰ। ਹਾਂਜੀ। ਕਹਾਂ ਲਾਇਕ ਰਾਜ ਕਮਾਵਹਿ, ਦੁਰਲੱਭ ਵਸਤ ਬਿਨ ਭਾਗ ਨਾ ਪਾਵਹਿ। ਦੁਰਲੱਭ ਵਸਤੂਆਂ ਬਿਨਾਂ ਭਾਗਾਂ ਤੋਂ ਨਹੀਂ ਮਿਲਦੀਆਂ। ਹਾਂਜੀ। ਬੁੱਢੋ ਆਦਿਕ ਸਿੱਖ ਸਭ ਹੇਰੇ, ਹਾਂਜੀ। ਤਬ ਸੋ ਜਾਮਾ ਧਰਿਓ ਅਗੇਰੇ। ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਿੱਖ ਸਾਰੇ ਵੇਖ ਰਹੇ ਸਨ, ਤੇ ਸਾਧ ਸੰਗਤ ਜੀ ਉਹ ਜਾਮਾ ਚੋਲਾ ਕੀ ਕੀਤਾ, ਮਹਾਰਾਜ ਨੇ ਕੱਢ ਕੇ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਜੀ। ਹਾਂਜੀ। ਕਹਿਓ ਗੁਰੂ ਜਾਮਾ ਪਿਖ ਲੇਹੂ, ਹੈ ਕਿ ਨਹੀਂ ਤੁਮ ਗੁਰ ਏਹੂ। ਮਹਾਰਾਜ ਕਹਿੰਦੇ ਪ੍ਰਿਥੀਏ ਚੋਲਾ ਤੇਰਾ, ਪਛਾਣ ਲੈ। ਮਹਾਰਾਜ ਕਹਿੰਦੇ ਕਿਸੇ ਹੋਰ ਦਾ ਤੇ ਨਹੀਂ। ਹਾਂਜੀ। ਦੇਖਿਓ ਧਰਿਓ ਕਹਿਓ ਇਹ ਮੇਰਾ। ਬਾਬਾ ਪ੍ਰਿਥੀਆ ਕਹਿੰਦੇ ਵੀ ਹਾਂ ਮਹਾਰਾਜ ਮੇਰਾ ਹੀ ਹੈ। ਹਾਂਜੀ। ਘਰ ਤੇ ਕਿਨ ਆਨਿਓ ਇਸ ਬੇਰਾ। ਘਰੋਂ ਕੌਣ ਲੈ ਆਇਆ ਮੇਰਾ ਚੋਲਾ, ਕਹਿਣ ਲੱਗੇ। ਉਹ ਗੁਪਤ ਕਲਾ ਵਰਤਾਤੀ ਨਾ ਮਹਾਰਾਜ ਨੇ। ਗੁਰ ਕਹਿਓ ਇਸ ਜੇਬ ਮਝਾਰੀ, ਹਾਂਜੀ। ਨਿਜ ਕਰਸੋਂ ਅਬ ਲਿਓ ਨਿਕਾਰੀ। ਮਹਾਰਾਜ ਕਹਿੰਦੇ ਹੁਣ ਫੜ ਤੇਰਾ ਹੀ ਜਾਮਾ, ਇਹਦੀ ਜੇਬ ਦੇ ਵਿੱਚੋਂ ਚਿੱਠੀਆਂ ਕੱਢ। ਮਹਾਰਾਜ ਕਹਿਣ ਲੱਗੇ। ਹਾਂਜੀ। ਕਹਿਣ ਲੱਗਿਓ ਮੈਂ ਤੋਂ ਨਹੀਂ ਪਾਈ। ਹਾਂ ਹੁਣ ਕਹਿੰਦੇ ਮਹਾਰਾਜ ਮੈਂ ਤੇ ਨਹੀਂ ਪਾਈਆਂ। ਅੱਜ ਕੇ ਆਖੋ ਦੂਜੇ ਬੰਨੇ ਫਿਰ ਤੁਰ ਪਏ ਜੀ। ਹਾਂਜੀ। ਇਸ ਮੈਂ ਪਾਤੀ ਕਹਤੇ ਆਈ। ਇਹਦੇ ਚੋਂ ਚਿੱਠੀਆਂ ਕਿੱਥੋਂ ਆ ਗਈਆਂ, ਕਹਿਣ ਲੱਗੇ। ਹਾਂਜੀ। ਸ਼੍ਰੀ ਮੁਖ ਭੰਨਿਓ ਨਾ ਫੇਰ ਕਰੀਜੈ। ਮਹਾਰਾਜ ਕਹਿੰਦੇ ਹੁਣ ਤੇ ਨਾ ਝੂਠ ਬੋਲ, ਝੂਠ ਹੀ ਬੋਲੀ ਜਾਣਾ। ਨਿਜ ਕਰਤੇ ਕਾਗਦ ਨਿਕਸੀਜੈ। ਆਪਣੇ ਹੱਥ ਚੋਂ ਵਾਹਿਗੁਰੂ ਆਪਣੇ ਹੱਥਾਂ ਨਾਲ ਇਹਦੇ ਵਿੱਚੋਂ ਚਿੱਠੀਆਂ ਕੱਢ, ਕਹਿਣ ਲੱਗੇ। ਹਾਂਜੀ। ਚਪਿਓ ਲਾਜ ਤੇ ਸਭਾ ਮਝਾਰਾ, ਜੇਬ ਵਿਖੈ ਆਪਣੋ ਕਰ ਡਾਰਾ। ਤੇ ਖਿਜੇ ਹੋਏ ਨੇ ਜੀ, ਚੱਪਿਓ ਮਤਲਬ ਖਿਜੇ ਹੋਏ ਨੇ ਸਾਧ ਸੰਗਤ ਜੀ। ਚੋਲੇ ਵਿੱਚ ਆਪਣੀ ਵਾਹਿਗੁਰੂ ਚੋਲੇ ਦੀ ਜੇਬ 'ਚ ਹੱਥ ਪਾਇਆ ਜੀ। ਗਨ ਕਾਗਦ ਸੇ ਸਕਲ ਨਿਕਾਸੇ। ਉਹ ਸਾਰੇ ਕਾਗਜ਼ ਜਿਹੜੇ ਪ੍ਰਬੰਧਕਾਂ ਦੀਆਂ ਚਿੱਠੀਆਂ 'ਚ ਹੁਣ ਪਏ, ਬੜੇ ਕਾਗਜ਼ ਹੁੰਦੇ ਆ ਜੀ, ਸਾਰੇ ਬਾਹਰ ਕੱਢੇ ਜੀ। ਸਭ ਲੇਕਰ ਸਤਿਗੁਰ ਨਿਜ ਪਾਸੇ। ਸਾਰੇ ਮਹਾਰਾਜ ਅੱਗੇ ਰੱਖੇ ਜੀ। ਪੱਤਰੀ ਦੋਨੋਂ ਤੁਰੰਤ ਨਿਕਾਰੀ। ਤੇ ਉਹਦੇ ਵਿੱਚੋਂ 2 ਚਿੱਠੀਆਂ ਮਹਾਰਾਜ ਨੇ ਕੱਢੀਆਂ ਫਿਰ ਜੀ। ਹਾਂਜੀ। ਬਿਸਮਤ ਭੇ ਸਭ ਮਜ਼ਾ ਸਭਾ ਨਿਹਾਰੀ। ਸਾਰੀ ਸੰਗਤ ਹੈਰਾਨ ਹੋ ਗਈ ਵੀ ਬਾਬਾ ਪ੍ਰਿਥੀਆ ਇੰਨਾ ਹੀ ਝੂਠ ਬੋਲ ਰਿਹਾ ਸੀਗਾ ਜੀ, ਇੰਨਾ ਝੂਠ ਹੈ। ਹਾਂਜੀ। ਕਰ ਪਰ ਧਰ ਕਰ ਗੁਰੂ ਉਚਾਰੀ। ਹਾਂਜੀ। ਕਿਆ ਗੁਰਮੁਖ ਇਹੋ ਕਰੋ ਵਿਚਾਰੀ। ਮਹਾਰਾਜ ਕਹਿੰਦੇ ਗੁਰਮੁਖਤਾ ਹੀ ਹੈ ਇਹ ਗੁਰਮੁਖਾਂ ਵਾਲਾ ਕੰਮ ਹੈ। ਹਾਂਜੀ। ਬੜੋ ਗਰੀਬ ਕਪਟ ਤੇ ਹੀਣਾ, ਨਹੀਂ ਕੁਟਲਤਾ ਦੀਰਗ ਮੀਣਾ। ਮਹਾਰਾਜ ਕਹਿੰਦੇ ਮਨ ਚੋਂ ਮੀਸਣਾ ਪੁਣਾ ਨਹੀਂ ਉਹ ਛੱਡਿਆ ਤੂੰ, ਨਹੀਂ ਜਾਂਦਾ। ਸੰਗਤ ਜੀ ਜਿਹਦੇ ਅੰਦਰ ਭਰਿਆ ਉਹ ਨਹੀਂ ਛੱਡ ਸਕਦਾ ਜੀ। ਮਹਾਰਾਜ ਕਹਿੰਦੇ ਤੂੰ ਛੱਡਿਆ ਨਹੀਂ, ਮੀਸਣਾ ਪੁਣਾ ਨਹੀਂ ਤੂੰ ਛੱਡਿਆ। ਓਰਕ ਲਓ ਹੱਠ ਕੋ ਨਿਰਬਹੀਆ, ਭਇਓ ਨ ਲਾਇਕ ਗੁਰ ਕੁਲ ਮਹੀਆ। ਮਹਾਰਾਜ ਕਹਿਣ ਲੱਗੇ ਤੂੰ ਤੇ ਐਵੇਂ ਹੀ ਸਾਡੀ ਕੁੱਲ ਵਿੱਚ ਆਇਆ, ਨਲਾਇਕ ਹੈ ਕਹਿਣ ਲੱਗੇ। ਕਈ ਵਾਰੀ ਸੰਤਾਨ ਐਸੀ ਹੋ ਜਾਂਦੀ ਹੈ। ਇਹ ਮਹਾਰਾਜ ਨੇ ਨਾ ਪ੍ਰੈਕਟੀਕਲ ਕਰਕੇ ਵਿਖਾਇਆ ਸਾਧ ਸੰਗਤ ਜੀ। ਸਤਿਗੁਰਾਂ ਨੇ ਪ੍ਰੈਕਟੀਕਲ ਕਰਕੇ ਵਿਖਾਇਆ ਵੀ ਇਹ ਵੀ ਕੁਝ ਹੋ ਜਾਂਦਾ ਤੇ ਸਾਵਧਾਨ ਰਿਹਾ ਕਰੋ।
ਝੂਠੇ ਬੰਦੇ ਸੱਚਿਆਂ ਦਾ ਵਿਗਾੜ ਨਹੀਂ ਕੁਝ ਸਕਦੇ। ਬਾਬਾ ਪ੍ਰਿਥੀਆ ਗੁਰੂ ਅਰਜਨ ਸਾਹਿਬ ਦਾ ਵਿਗਾੜ ਥੋੜ੍ਹੀ ਕੁਝ ਸਕਦਾ। ਮਹਾਰਾਜ ਤੇ ਉਵੇਂ ਹੀ ਚੜ੍ਹਦੀ ਕਲਾ ਵਿੱਚ ਹਨ। ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਤੇ ਉਵੇਂ ਹੀ ਚੜ੍ਹਦੀ ਕਲਾ ਵਿੱਚ ਨੇ, ਪਰ ਸਾਰਿਆਂ ਦੇ ਵਿੱਚ ਸਾਧ ਸੰਗਤ ਜੀ ਬਾਬਾ ਪ੍ਰਿਥੀਆ ਜੀ ਨੂੰ ਸ਼ਰਮਿੰਦਾ ਹੋਣਾ ਪੈ ਗਿਆ। ਹਾਂਜੀ। ਸੰਤਤ ਸਹਿਤ ਤੋਹੇ ਕਉ ਤਿਆਗਾ, ਨਹੀਂ ਊਚ ਇਸਕੇ ਪਦ ਭਾਗਾ। ਤੇ ਮਹਾਰਾਜ ਕਹਿਣ ਲੱਗੇ ਤੈਨੂੰ ਤੇਰੀ ਸੰਤਾਨ ਸਹਿਤ ਅਸੀਂ ਅੱਜ ਤੋਂ ਤਿਆਗ ਦਿੱਤਾ, ਕਹਿਣ ਲੱਗੇ ਛੱਡ ਦਿੱਤਾ, ਕਹਿਣ ਲੱਗੇ ਤੇ ਲਹਿਓ ਅਚਲ ਅਪ ਜਸ ਜਗ ਮਾਹੀ, ਕਿਆ ਇਨਕੀਨ ਮਿਟਿਓ ਪੁਨ ਨਾਹੀ। ਮਹਾਰਾਜ ਕਹਿਣ ਲੱਗੇ ਐਵੇਂ ਬਦਨਾਮੀ ਖੱਟੀ ਹੋ, ਕਿਉਂ ਹੱਠ ਕੀਤਾ ਸੀ, ਕਹਿਣ ਲੱਗੇ ਜਦੋਂ ਅਸੀਂ ਕਹਿ ਰਹੇ ਸਾਂ ਫਿਰ ਕਿਹੜੀ ਗੱਲ ਸੀਗੀ। ਮਹਾਰਾਜ ਕਹਿਣ ਲੱਗੇ ਅੱਛਾ ਰਾਹ ਵੀ ਮਹਾਰਾਜ ਨੇ ਦੱਸੇ ਸਨ। ਇਸਕੀ ਸੰਤਤ ਉਪਜੈ ਜੋਏ, ਗੁਰ ਸਿੱਖਨ ਕੇ ਸਿੱਖ ਨਾ ਹੋਏ। ਫਿਰ ਪੜੋ। ਇਸ ਕੀ ਸੰਤਤ ਉਪਜੈ ਜੋਏ, ਗੁਰ ਸਿੱਖਨ ਕੇ ਸਿੱਖ ਸੋ ਹੋਏ। ਰੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਜਿਹੜੀ ਇਹਦੀ ਸੰਤਾਨ ਹੋਏਗੀ ਨਾ, ਗੁਰਸਿੱਖਾਂ ਦੇ ਸਿੱਖ ਹੋਣ ਤਾਂ ਤੇ ਸੰਗਤ ਦਾ ਮਿਲਣਾ ਬਣਦਾ ਹੈ। ਭਾਵ ਜੇ ਤੋਂ ਸਿੱਖ ਹੋਏਗੀ ਤੇ ਗੁਰੂ ਘਰ 'ਚ ਰਲੇਗੀ, ਨਹੀਂ ਤੇ ਨਹੀਂ ਰਲੇਗੀ। ਤੇ ਮਿਹਰਬਾਨ ਵਾਹਿਗੁਰੂ ਸਾਧ ਸੰਗਤ ਜੀ ਪ੍ਰਿਥੀਏ ਦਾ ਪੁੱਤਰ ਸੀ ਮਿਹਰਬਾਨ। ਆਪਣੇ ਪੁੱਤਰ ਦਾ ਨਾਮ ਮਿਹਰਬਾਨ ਰੱਖਿਆ ਸੀ। ਮਿਹਰਬਾਨ ਨੇ ਵੀ ਇਹੋ ਕੁਝ ਕੀਤਾ ਸੀਗਾ ਜੀ। ਹਾਂਜੀ। ਤਉ ਸੰਗਤ ਕੋ ਮੇਲ ਬਨੇ ਹੈ, ਨਾ ਤੁਰ ਵਹਿਰ ਮੁਖੀ ਇਹੋ ਰਹਿ। ਮਹਾਰਾਜ ਕਹਿਣ ਲੱਗੇ ਨਹੀਂ ਤੇ ਬਾਹਰ ਮੁਖੀ ਰਹਿਣਗੇ, ਜੇ ਤੇ ਗੁਰਮੁਖਾਂ ਵਾਲੀ ਚਾਲ ਚੱਲਣਗੇ ਤੇ ਠੀਕ ਹੈ, ਨਹੀਂ ਤੇ ਨਹੀਂ। ਮਹਾਰਾਜ ਨੇ ਪੋਤਰੇ ਨੂੰ ਵੀ ਤਿਆਗ ਦਿੱਤਾ ਜੀ ਆਪਣੇ, ਪਰ ਛਲ ਕਪਟ ਨਹੀਂ ਮਨਜ਼ੂਰ ਕੀਤਾ ਜੀ, ਧੋਖਾ ਨਹੀਂ ਮਨਜ਼ੂਰ ਕੀਤਾ ਸਤਿਗੁਰੂ ਨੇ। ਜਥਾ ਪੁੱਤਰ ਸੋ ਕਹਿਓ ਜੁਜਾਤੀ, ਜਦ ਨੇ ਨਹਿ ਮਾਨੀ ਮਨ ਬਾਤੀ। ਰਾਜ ਭਾਗ ਤੇ ਕਰਿਓ ਸੋ ਬਾਹਰ, ਤਥਾ ਕਰੀ ਗੁਰ ਸੁਤ ਕੋ ਜਾਹਰ। ਜਿਵੇਂ ਜੁਜਾਤੀ ਰਾਜੇ ਨੇ ਸਾਧ ਸੰਗਤ ਜੀ ਜਦ ਪੁੱਤਰ ਨੂੰ ਕਿਹਾ ਸੀ ਕਿ ਤੂੰ ਮੇਰਾ ਬੁਢੇਪਾ ਲੈ ਲੈ, ਉਹ ਨਹੀਂ ਸੀ ਮੰਨਿਆ, ਉਹਨੇ ਰਾਜ ਭਾਗ ਚੋਂ ਬਾਹਰ ਕੱਢ ਦਿੱਤਾ ਸੀਗਾ। ਉਹ ਇਹੋ ਕੁਝ ਹੀ ਹੋਇਆ ਜੀ। ਧੱਕੇ ਨਾਲ ਅੱਗੇ ਹੋਣਾ ਚਾਹੁੰਦੇ ਸੀ, ਧੋਖਾ ਕਰਨਾ ਚਾਹੁੰਦੇ ਸੀ, ਛਲ ਕਪਟ ਕਰਨਾ ਚਾਹੁੰਦੇ ਸੀਗੇ। ਸਤਿਗੁਰੂ ਜੀ ਦਾ ਘਰ ਛਲ ਕਪਟ ਧੋਖੇ ਵਾਲਿਆਂ ਵਾਸਤੇ ਨਹੀਂ ਹੈਗਾ ਜੀ। ਇੱਥੇ ਸ਼ਰਧਾ ਵਾਲਿਆਂ ਨੂੰ ਤੇ ਪਿਆਰ ਵਾਲਿਆਂ ਨੂੰ ਸਾਧ ਸੰਗਤ ਜੀ ਵਡਿਆਈਆਂ ਹਨ। ਸੇਵਾ ਕਰਨ ਨੂੰ ਬਾਬਾ ਪ੍ਰਿਥੀਆ ਥੋੜ੍ਹੀ ਸੇਵਾ ਨਹੀਂ ਸੀ ਕਰਦਾ, ਬੜੀ ਸੇਵਾ ਕਰਦਾ ਸੀਗਾ ਜੀ। ਦਿਨ ਰਾਤ ਹੀ ਲੱਗਾ ਰਹਿੰਦਾ ਸੀ, ਲੋਕਾਂ ਨੂੰ ਵਿਖਾਉਂਦਾ ਸੀ ਵੀ ਮੈਂ ਸੇਵਾ ਕਰ ਰਿਹਾ, ਮੈਂ ਪ੍ਰਬੰਧ ਕਰ ਰਿਹਾ। ਗੁਰੂ ਅਰਜਨ ਸਾਹਿਬ ਮਹਾਰਾਜ ਇਸ ਤਰ੍ਹਾਂ ਨਹੀਂ ਸੀ ਕਰਦੇ, ਲੋਕਾਂ ਨੂੰ ਵਿਖਾ ਕੇ ਸੇਵਾ ਨਹੀਂ ਸੀ ਕਰਦੇ। ਜੋ ਕੰਮ ਮਹਾਰਾਜ ਨੇ ਕਿਹਾ ਉਹ ਕਰਦੇ ਸਨ ਜੀ। ਚੇਤਾ ਰੱਖਿਓ, ਚਤੁਰਾਈ ਦੇ ਨਾਲ ਕੀਤੀ ਹੋਈ ਸੇਵਾ ਵੀ ਪੁੱਗਦੀ ਨਹੀਂ ਹੈ। ਇਹ ਗੁਰੂ ਘਰ ਦਾ ਵਿਧਾਨ ਹੈ, ਅਟੱਲ ਵਿਧਾਨ ਹੈ। ਇੱਥੇ ਨਿਮਰਤਾ ਵਾਲੇ ਬੰਦੇ ਜੋ ਮਰਜ਼ੀ ਲੈ ਲੈਣ, ਗੁਰੂ ਨੂੰ ਕੋਈ, ਗੁਰੂ ਵੱਲੋਂ ਕੋਈ ਨਾ ਨਹੀਂ ਹੈਗੀ ਜੀ। ਬਾਬੇ ਪ੍ਰਿਥੀਏ ਨੇ ਚਲਾਕੀ ਦੇ ਨਾਲ ਗੁਰੂ ਬਣਨ ਦੀ ਯਤਨ ਕੀਤਾ, ਪਰ ਸਾਰਿਆਂ ਵਿੱਚ ਸ਼ਰਮਸਾਰ ਹੋਣਾ ਪਿਆ ਜੀ। ਹਾਂਜੀ। ਮਹਾਰਾਜ ਕਹਿੰਦੇ ਜਿਹੜੇ ਨਿਮਰਤਾ ਦੇ ਨਾਲ, ਪ੍ਰੇਮ ਦੇ ਨਾਲ ਗੁਰੂ ਦੀ ਸੇਵਾ ਕਰਦੇ ਹੈ, ਜਿਨ੍ਹਾਂ ਨੂੰ ਗੁਰੂ ਨੇ ਧੁਰੋਂ ਹੀ ਥਾਪਿਆ ਹੋਇਆ ਨਾ ਜੀ, ਉਹਨਾਂ ਨਾਲ ਕਹਿਣ ਲੱਗੇ ਨਹੀਂ, ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ। ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ। ਜਿਨ ਕੋ ਸਤਿਗੁਰ ਥਾਪਿਆ, ਜਿਨ੍ਹਾਂ ਨੂੰ ਗੁਰੂ ਨੇ ਥਾਪ ਦਿੱਤਾ ਜੀ, ਉਹਨੂੰ ਦੁਨੀਆ ਦੀ ਕੋਈ ਤਾਕਤ ਮੇਟ ਨਹੀਂ ਸਕਦੀ ਜੀ। ਬੰਦਾ ਵਿਚਾਰਾ ਉੱਥੇ ਕੀ ਹੈਗਾ ਜੀ। ਬਾਬੇ ਪ੍ਰਿਥੀਏ ਨੇ ਯਤਨ ਕੀਤਾ ਵੀ ਮੈਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦਾ ਅਕਸ ਵਿਗਾੜ ਦਿਆਂ, ਉਹਨਾਂ ਨੂੰ ਲਾਗੇ ਨਾ ਆਉਣ ਦਿਆਂ, ਪਰ ਜਿਨ੍ਹਾਂ ਨੇ ਆਉਣਾ ਸੀ ਉਹ ਆ ਗਏ ਜੀ। ਕਿਉਂ? ਉਹਨਾਂ ਨੂੰ ਧੁਰੋਂ ਵਡਿਆਈ ਮਿਲੀ ਹੈ। ਇਸ ਕਰਕੇ
ਇਹ ਗੁਰੂ ਘਰ ਹੈ ਸਾਧ ਸੰਗਤ ਜੀ। ਅੱਜ ਵੀ ਉਹ ਖੇਡ ਵਰਤਦੀ ਹੈ। ਮਹਾਰਾਜ ਅੱਜ ਵੀ ਪਿਆਰ ਵਾਲਿਆਂ ਨੂੰ ਮਾਣ ਦਿੰਦੇ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਪਿਆਰ ਵਾਲਿਆਂ ਦੀ ਸੋਭਾ ਹਰ ਯੁੱਗ ਵਿੱਚ ਹੁੰਦੀ ਹੈ। ਮੇਟਣ ਵਾਲੇ ਆਉਂਦੇ ਆ, ਆਪ ਹੀ ਮਿਟ ਜਾਂਦੇ ਹੈ। ਕਿਉਂ? ਰੱਬ ਦੇ ਨਾਮ 'ਚ ਤਾਕਤ ਹੈਗੀ ਹੈ ਜੀ। ਹਾਂਜੀ, ਉਹ ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ, ਕਹਿੰਦੇ ਅਸੀਂ ਇੰਨੇ ਚਿਰ ਦੇ ਬੈਠੇ, ਤੂੰ ਕੱਲ੍ਹ ਦਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੂੰ ਛੋਟਾ ਜਿਹਾ ਹੈਗਾ। ਕਹਿਣ ਲੱਗੇ ਤੂੰ ਇੰਨੀ ਉੱਤੇ ਕਿਵੇਂ ਆ ਗਿਆ? ਹਾਂਜੀ, ਸਿੱਧ ਪੁੱਛਦੇ ਆ ਵੀ ਕੌਣ ਸ਼ਕਤ ਤੁਧ ਇੱਥੇ ਲਿਆਈ? ਇੰਨੀ ਉੱਤੇ ਪਹਾੜਾਂ ਦੀਆਂ ਚੋਟੀਆਂ ਤੇ ਮਾੜਾ ਬੰਦਾ ਨਹੀਂ ਆ ਸਕਦਾ। ਤੂੰ ਇੱਥੇ ਕਿਵੇਂ ਆ ਗਿਆ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਉ ਜਪਿਆ ਪਰਮੇਸ਼ਰ, ਭਾਉ ਭਗਤ ਸੰਗ ਤਾੜੀ ਲਾਈ। ਹਉ ਜਪਿਆ ਪਰਮੇਸ਼ਰ। ਕਹਿਣ ਲੱਗੇ ਮੈਂ ਜਪਿਆ ਵਾਹਿਗੁਰੂ ਦਾ ਨਾਮ। ਵਾਹਿਗੁਰੂ ਦੇ ਨਾਮ ਦੀ ਤਾਕਤ ਨਾਲ ਮੈਂ ਇੱਥੇ ਆਇਆ। ਪਿਆਰਿਓ, ਰੱਬ ਦੇ ਨਾਮ ਦੀ ਤਾਕਤ ਅੱਗੇ ਝੁਕਣਾ ਹੀ ਪੈਂਦਾ ਬੰਦੇ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ। ਨਾਮ ਦੀ ਤਾਕਤ ਅੱਗੇ ਝੁਕਣਾ ਹੀ ਪੈਂਦਾ ਹੈ ਜੀ। ਜਿੱਥੇ ਨਾਮ ਦੀ ਤਾਕਤ ਵਰਤ ਰਹੀ ਹੈ, ਉੱਥੇ ਦੁਨੀਆਦਾਰ ਕੱਖ ਨਹੀਂ ਕਰ ਸਕਦੇ ਜੀ। ਔਰ ਇਹ ਅਟਲ ਵਿਧਾਨ ਹੈ। ਉਹ ਬਾਬੇ ਪ੍ਰਿਥੀ ਨੇ ਉਦੋਂ ਨਹੀਂ ਮੰਨਿਆ, ਕੁਝ ਸਮੇਂ ਬਾਅਦ ਮੰਨਣਾ ਪੈ ਗਿਆ ਜੀ। ਬੰਦਾ ਉਦੋਂ ਭਾਵੇਂ ਨਾ ਮੰਨੇ, ਕੁਝ ਸਮੇਂ ਬਾਅਦ ਮੰਨਣਾ ਹੀ ਪਏਗਾ ਜੀ। ਮੰਨਣਾ ਹੀ ਪਏਗਾ। ਪਰਮੇਸ਼ਰ ਦੇ ਨਾਮ 'ਚ ਤਾਕਤ ਹੈਗੀ ਹੈ। ਹਰ ਬੰਦਾ ਨਾਮ ਵੀ ਨਹੀਂ ਜਪ ਸਕਦਾ ਜੀ। ਹਰ ਬੰਦਾ ਆਖੇ ਮੈਂ ਵੀ ਚੌਂਕੜੀ ਮਾਰਾਂ, ਮੈਂ ਵੀ 2.5 ਘੰਟੇ ਮੋਰਚਾ ਲਾਵਾਂ, ਭਜਨ ਕਰਾਂ। ਨਹੀਂ ਨਹੀਂ ਨਹੀਂ, ਇਹ ਮਹਾਰਾਜ ਬਾਣੀ 'ਚ ਕਹਿੰਦੇ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਜਿਨ੍ਹਾਂ ਦੇ ਉੱਤੇ ਧੁਰੋਂ ਹੀ ਵਾਹਿਗੁਰੂ ਨੇ ਲੇਖ ਲਿਖੇ ਨਾ ਜੀ, ਉਹ ਵਾਹਿਗੁਰੂ ਦੇ ਨਾਮ ਜਪਣ ਵਿੱਚ ਲੱਗ ਜਾਂਦੇ। ਆਪਾਂ ਅਰਦਾਸ ਕਰਨੀ ਸਾਰਿਆਂ ਨੇ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਨੂੰ ਵੀ ਨਾਮ ਜਪਾਓ ਮਹਾਰਾਜ। ਅਸੀਂ ਬੜੇ ਮਾੜੇ ਹਾਂ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਅਸੀਂ ਵੀ ਤੁਹਾਡਾ ਨਾਮ ਜਪਿਆ ਕਰੀਏ। ਅਸੀਂ ਵੀ ਮਹਾਰਾਜ ਆਪ ਜੀ ਦੇ ਪਿਆਰ ਵਿੱਚ ਆਈਏ। ਸਾਡੇ ਹਿਰਦਿਆਂ ਵਿੱਚ ਸ਼ਰਧਾ ਬੱਝੇ, ਸਾਡੇ ਹਿਰਦਿਆਂ ਵਿੱਚ ਪ੍ਰੇਮ ਬੱਝੇ। ਮਹਾਰਾਜ ਆਪ ਸਾਡੇ ਤੇ ਵੀ ਕਿਰਪਾ ਕਰੋ। ਗਰੀਬ ਨਵਾਜ ਕਿਰਪਾ ਕਰਨ। ਆਓ 2 ਮਿੰਟ ਗੁਰਮੰਤਰ ਦਾ ਜਾਪ ਕਰ ਲਓ, ਫਿਰ ਆਪਾਂ ਖਿਮਾ ਮੰਗੀਏ। ਪਿਆਰ ਦੇ ਨਾਲ ਗੱਜ ਕੇ ਕਹੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ 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 ਸੱਚੇ ਪਾਤਸ਼ਾਹ ਕਿਰਪਾ ਕਰਨਾ, ਨਾਮ ਜਪਣ ਦਾ ਬਲ ਬਖਸ਼ਣ। ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਿਆ ਕਰੋ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਆਪ ਜੀ ਸਦਾ ਸਾਡੇ ਗਰੀਬਾਂ ਤੇ ਮਿਹਰਾਂ ਕਰਿਓ, ਬਖਸ਼ਿਸ਼ਾਂ ਕਰਿਓ, ਕਿਰਪਾ ਕਰਿਓ। ਸਾਨੂੰ ਸਦਾ ਆਪਣੇ ਬਣਾ ਕੇ ਰੱਖਿਓ ਮਹਾਰਾਜ। ਭੁੱਲ ਕੇ ਵੀ ਛਲ ਕਪਟ ਵੈਰ ਵਿਰੋਧ ਈਰਖਾ ਧੋਖਾ ਝੂਠ ਨਿੰਦਿਆ ਚੁਗਲੀ ਮਹਾਰਾਜ ਇਹਨਾਂ ਤੋਂ ਬਚਾ ਕੇ ਰੱਖਿਓ। ਐਸੀ ਕਿਰਪਾ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।